ਹੈਲੋ ਸਟੂਡੈਂਟ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜੀਕੇ ਸਟੱਡੀ ਪੁਆਇੰਟ ਦੇ ਵਿੱਚ ਮੈਂ ਤੁਹਾਡਾ ਆਪਣਾ ਰਵੀ ਸਰ ਜੀਕੇ ਸਟੱਡੀ ਪੁਆਇੰਟ ਤੋਂ। ਅੱਜ ਅਸੀਂ ਗੱਲ ਕਰਾਂਗੇ ਪਾਰਟ 2 ਪੋਲਿਟੀ ਦਾ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੀ, ਜੇਲ੍ਹ ਵਾਰਡਨ ਦੇ ਵਿੱਚ ਤੁਹਾਡਾ ਪੋਲਿਟੀ ਦਾ ਜਿਹੜਾ ਸੈਕਸ਼ਨ ਹੈ ਉਹ 15 ਨੰਬਰ ਦਾ ਆਉਣਾ ਹੈ, 15 ਮਾਰਕਸ ਦਾ, ਅਤੇ ਉਹਦੇ 'ਚ 15 ਕੁਐਸਚਨ ਆਉਣੇ ਨੇ ਤੁਹਾਡੇ। ਅਤੇ ਇਹਦੇ ਵਿੱਚ ਆਪਾਂ ਪਾਰਟ 2 ਅੱਜ ਡਿਸਕਸ ਕਰਾਂਗੇ। ਇਹਦੇ ਵਿੱਚ ਆਪਾਂ ਵੇਖਾਂਗੇ ਕਿ ਸਾਡਾ ਜਿਹੜਾ ਸੰਵਿਧਾਨ ਹੈ ਉਹ ਕਿਵੇਂ ਬਣਿਆ ਸੀਗਾ, ਕਿਹੜੀ ਕਮੇਟੀਆਂ ਇਹਦੇ ਵਿੱਚ ਇੰਪੋਰਟੈਂਟ ਸੀਗੀਆਂ, ਕਿੱਦਾਂ ਇਸ ਦੀ ਜਿਹੜੀ ਪ੍ਰੋਸੈਸ ਹੈ ਇਹ ਕਿੱਦਾਂ ਸਟਾਰਟ ਹੋਇਆ, ਅਤੇ ਇਸ ਦੇ ਵਿੱਚ ਕਿਹੜੇ ਪਰਸਨ ਸੀਗੇ, ਠੀਕ ਹੈ ਜੀ, ਉਹਨਾਂ ਸਾਰਿਆਂ ਦੇ ਬਾਰੇ ਕਿਹੜੇ ਮੇਜਰ ਇਵੈਂਟਸ ਜਿਹੜੇ ਸੀਗੇ ਉਹ ਆਪਾਂ ਯਾਦ ਕਰਨੇ ਨੇ, ਤਾਂ ਕਿ ਜਿਹੜੇ ਡਾਇਰੈਕਟ ਸਾਡੇ ਜਿਹੜੇ ਕੁਐਸਚਨ ਨੇ ਉਹ ਪੇਪਰ ਦੇ ਵਿੱਚ ਆਉਣ, ਠੀਕ ਹੈ ਜੀ। ਅਤੇ ਜੋ ਸਟੂਡੈਂਟ ਅੱਜ ਪਹਿਲੀ ਵਾਰੀ ਇਸ ਚੈਨਲ ਦੇ ਉੱਪਰ ਆਏ ਨੇ ਤਾਂ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਠੀਕ ਹੈ ਜੀ। ਆਪਣੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਜੇ ਸਮਝ ਆਇਆ ਕਿ ਨਹੀਂ ਆਇਆ, ਉਸ ਦੇ ਹਿਸਾਬ ਨਾਲ ਮੈਂ ਕੀ ਇੰਪਰੂਵਮੈਂਟ ਹੋਰ ਇਹਦੇ ਵਿੱਚ ਕਰਾਂ, ਤਾਂ ਕਿ ਤੁਹਾਨੂੰ ਹੋਰ ਵਧੀਆ ਇਸ ਦੇ ਵਿੱਚ ਆਪਾਂ ਵੀਡੀਓ ਨੂੰ ਬਣਾ ਸਕੀਏ, ਠੀਕ ਹੈ ਜੀ। ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ, ਕਿਉਂਕਿ ਬੜੀ ਮਿਹਨਤ ਲੱਗਦੀ ਹੈ, ਤੁਹਾਡੇ ਤਾਂ ਇੱਕੋ ਹੀ ਕਮੈਂਟ ਹੈ, ਜ਼ਰੂਰ ਸ਼ੇਅਰ ਕਰ ਦਿਆ ਕਰੋ, ਠੀਕ ਹੈ ਜੀ। ਹੁਣ ਆਪਾਂ ਆਪਣੀ ਵੀਡੀਓ ਨੂੰ ਸਟਾਰਟ ਕਰੀਏ। ਸਭ ਤੋਂ ਪਹਿਲੀ ਗੱਲ ਜੀ, ਇਹਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਭਾਰਤ ਦਾ ਸੰਵਿਧਾਨ ਹੈ, ਦੇਖੋ ਜੀ, ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ 1600 ਦੇ ਵਿੱਚ ਅੰਗਰੇਜ਼ ਆਏ ਸੀਗੇ। ਇਹਨਾਂ ਨੇ 1764 ਦੇ ਵਿੱਚ ਲੜਾਈ ਲੜੀ ਸੀ। ਉਸ ਤੋਂ ਬਾਅਦ ਇਹਨਾਂ ਨੂੰ ਮਿਲ ਗਿਆ ਸੀ ਪੋਲੀਟੀਕਲ ਰਾਈਟ, ਮਤਲਬ ਰਾਜਨੀਤਿਕ ਜਿਹੜੀ ਸੱਤਾ ਸੀ ਇਹਨਾਂ ਨੇ ਆਪਣੇ ਹੱਥ ਦੇ ਵਿੱਚ ਲੈ ਲਈ। ਉਸ ਤੋਂ ਬਾਅਦ ਸਾਡੇ 1857 ਤੱਕ ਈਸਟ ਇੰਡੀਆ ਕੰਪਨੀ ਨੇ ਪੂਰੇ 100 ਸਾਲ ਸਾਡੇ ਨਾਲ ਬੜੀ ਲੁੱਟਮਾਰ ਕੀਤੀ। ਬਹੁਤ ਸਾਰੇ ਲੋਕ, ਕਿਸਾਨ, ਰਾਜੇ ਰਜਵਾੜੇ, ਜਿਹੜੇ ਆਦੀਵਾਸੀ, ਸਾਰੇ ਤੰਗ ਹੋ ਗਏ ਸੀ। ਫਾਈਨਲੀ 1857 ਹੋਇਆ। 1857 ਤੋਂ ਬਾਅਦ ਜਿਹੜਾ ਸ਼ਾਸਨ ਸੀਗਾ ਕਿਹਨਾਂ ਦੇ ਅੰਡਰ ਚਲਾ ਗਿਆ? ਬ੍ਰਿਟਿਸ਼ ਕਰਾਊਨ ਦੇ। ਉਹਨਾਂ ਨੇ ਸਾਨੂੰ ਆਜ਼ਾਦ ਕੀਤਾ 1947 ਦੇ ਵਿੱਚ। ਤਾਂ ਇਹ ਜਿਹੜਾ 200 ਸਾਲ ਦਾ ਜਿਹੜਾ ਪ੍ਰੋਸੈਸ ਸੀਗਾ, ਇਹਦੇ ਵਿੱਚ ਇੱਕੋ ਹੀ ਮੰਗ ਹੋ ਰਹੀ ਸੀ। ਅਖੀਰਲੇ 100 ਸਾਲਾਂ ਦੇ ਵਿੱਚ, ਜਿਹੜਾ ਕਹਿੰਦੇ ਨਾ ਅਖੀਰਲੇ 100 ਜਾਂ 50 ਸਾਲਾਂ ਦੇ ਵਿੱਚ ਆਪਾਂ ਕਹਿ ਦਈਏ ਵੀ 90 ਤੋਂ ਉੱਪਰ ਵਾਲੇ ਜਿਹੜੇ ਸਾਲ ਸੀ, ਜਦੋਂ ਕਾਂਗਰਸ ਬਣੀ ਸੀ, ਉਸ ਤੋਂ ਬਾਅਦ ਸਾਡੇ ਦੇਸ਼ ਦੇ ਵਿੱਚ ਮੰਗ ਹੋਣੀ ਸਟਾਰਟ ਹੋਈ ਸੀ ਕਿ ਸਾਨੂੰ ਆਜ਼ਾਦ ਕਰੋ ਅਤੇ ਕੌਂਸਟੀਟਿਊਸ਼ਨ ਬਣਾ ਕੇ ਦਿਓ, ਠੀਕ ਹੈ ਜੀ। ਪਰ ਸਾਨੂੰ ਇਹ ਨਹੀਂ ਪਤਾ ਸੀ ਕੌਂਸਟੀਟਿਊਸ਼ਨ ਬਣਨਾ ਕਿਵੇਂ ਹੈ, ਬਣਾਉਣਾ ਕਿੱਦਾਂ ਹੈ, ਕਿਵੇਂ ਗੱਲ ਕਰਾਂਗੇ ਇਸ ਦੇ ਬਾਰੇ। ਤਾਂ ਇਸ ਦੇ ਬਾਰੇ ਹੁਣ ਆਪਾਂ ਸਟਾਰਟ ਕਰਦੇ ਹਾਂ। ਇਹਨਾਂ 200 ਸਾਲ ਦੇ ਵਿੱਚ ਜਿੰਨਾ ਵੀ ਲੜ ਕੇ ਆਪਾਂ ਜੋ ਵੀ ਕੁਛ ਸਾਡੇ ਜਿੰਨੇ ਲੋਕ ਸ਼ਹੀਦ ਹੋਏ, ਉਹਨਾਂ ਨੇ ਸਾਡੇ ਕੋਲ ਸਿਰਫ ਇੱਕ ਹੀ ਅੰਗਰੇਜ਼ਾਂ ਤੋਂ ਮੰਗਿਆ ਵੀ ਸਾਨੂੰ ਵੋਟ ਦਾ ਅਧਿਕਾਰ ਹੋਣਾ ਚਾਹੀਦਾ ਹੈ ਅਤੇ ਸਾਡਾ ਦੇਸ਼ ਅਸੀਂ ਆਪੇ ਚਲਾ ਲਾਂਗੇ, ਸਾਨੂੰ ਸਿਰਫ ਕੌਂਸਟੀਟਿਊਸ਼ਨ ਤੁਸੀਂ ਬਣਾ ਕੇ ਦੇ ਜਾਓ। ਉਸ ਦੇ ਵਿੱਚ ਅਸੀਂ ਕੀ ਕਰਾਂਗੇ ਜੀ, ਬੈਠ ਕੇ ਉਸ ਹਿਸਾਬ ਨਾਲ ਜਿਵੇਂ ਤੁਸੀਂ ਸੱਤਾ ਚਲਾ ਰਹੇ ਹੋ ਇੰਡੀਆ ਦੀ, ਉਵੇਂ ਸਾਡੇ ਜਿਹੜੇ ਪਰਸਨ ਨੇ ਚਲਾਉਣਗੇ ਸੱਤਾ, ਠੀਕ ਹੈ ਜੀ। ਤਾਂ ਆਹ ਜਿਹੜਾ ਕੌਂਸਟੀਟਿਊਸ਼ਨ ਹੈ, ਕਿਉਂਕਿ ਅੰਗਰੇਜ਼ਾਂ ਦਾ ਤਾਂ ਪੂਰਾ ਪ੍ਰੋਪਰ ਚੈਨਲ ਸੀਗਾ, ਉਹ ਉਸ ਤਰੀਕੇ ਨਾਲ ਸਾਰੇ ਬਣਾ ਕੇ ਸਾਰਾ ਸਿਸਟਮ ਚਲਾ ਰਹੇ ਸੀਗੇ। ਪਰ ਇੰਡੀਆ ਦੇ ਲੋਕਾਂ ਨੂੰ ਕੀ ਆਉਂਦਾ ਸੀਗਾ? ਇੰਡੀਆ ਦੇ ਲੋਕਾਂ ਨੂੰ ਕੁਛ ਨਹੀਂ ਆਉਂਦਾ ਸੀਗਾ। ਤਾਂ ਸਭ ਤੋਂ ਪਹਿਲੀ ਵਾਰੀ ਕਹਿੰਦੇ ਜੀ 1934 ਦੇ ਵਿੱਚ ਇੱਕ ਸਾਡੇ ਪਰਸਨ ਹੋਏ, ਜਿਨ੍ਹਾਂ ਦਾ ਨਾਮ, ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ, ਇਹਨਾਂ ਦਾ ਨਾਮ ਸੀਗਾ MN ਰੋਏ। ਇਹ ਕੀ ਸੀਗੇ ਜੀ? ਕਮਿਊਨਿਸਟ ਪਾਰਟੀ ਦੇ ਕਾਰਿਆਕਰਤਾ ਸੀ। ਇਹਨਾਂ ਨੇ ਜੀ ਸਭ ਤੋਂ ਪਹਿਲੀ ਵਾਰੀ ਆਈਡੀਆ ਦਿੱਤਾ ਕਿ ਤੁਸੀਂ ਆਜ਼ਾਦੀ ਤਾਂ ਮੰਗ ਰਹੇ ਹੋ, ਪਰ ਆਜ਼ਾਦੀ ਕਿਸ ਬੇਸ 'ਤੇ ਮੰਗ ਰਹੇ ਹੋ? ਉਹਦੇ ਵਾਸਤੇ ਤੁਹਾਨੂੰ ਸੰਵਿਧਾਨ ਲਿਖਣਾ ਪੈਣਾ ਹੈ। ਜਿੱਥੇ ਸੰਵਿਧਾਨ ਬੈਠ ਕੇ ਲਿਖੋਗੇ ਉਹਨੂੰ ਆਪਾਂ ਕਹਿੰਦੇ ਹਾਂ ਸੰਵਿਧਾਨ ਸਭਾ। ਇੰਗਲਿਸ਼ ਦੇ ਵਿੱਚ ਆਪਾਂ ਇਹਨੂੰ ਕਹਿੰਦੇ ਹਾਂ ਕੌਂਸਟੀਟਿਊਸ਼ਨ ਅਸੈਂਬਲੀ ਦੀ ਮੰਗ ਦਾ ਆਈਡੀਆ ਜਿਹੜਾ ਉਹ ਦਿੱਤਾ ਸੀਗਾ ਵੀ ਇਹਦੇ ਵਿੱਚ ਬੈਠ ਕੇ ਤੁਸੀਂ ਸੰਵਿਧਾਨ ਬਣਾਓਗੇ ਤਾਂ ਪਹਿਲਾਂ ਮੰਗ ਕਰੋ ਕੌਂਸਟੀਟਿਊਸ਼ਨ ਅਸੈਂਬਲੀ ਸਾਨੂੰ ਬਣਾ ਕੇ ਦਿੱਤੀ ਜਾਵੇ, ਠੀਕ ਹੈ ਜੀ। ਉਹਦੇ ਵਿੱਚ ਅਸੀਂ ਬੈਠ ਕੇ ਅਸੀਂ ਕੀ ਕਰਾਂਗੇ? ਤਾਂ ਇਹਦਾ ਤੁਸੀਂ ਕੁਐਸਚਨ ਇਹ ਯਾਦ ਰੱਖਣਾ ਕਿ MN ਰੋਏ ਪਰਸਨ, ਇੱਕ ਯਾਦ ਰੱਖਿਆ ਜੀ, ਇੱਕ BN ਰੋਏ ਵੀ ਆਵੇਗਾ। ਉਹ ਅਲੱਗ ਗੱਲ ਹੈ, ਉਹ ਕੌਂਸਟੀਟਿਊਸ਼ਨ ਜਦੋਂ ਬਣੂਗਾ ਉਸ ਟਾਈਮ ਦੀ ਗੱਲ ਹੈ, 1947 ਦੇ ਵਿੱਚ ਆਵੇਗਾ। ਪਰ MN ਰੋਏ ਦਾ ਤੁਸੀਂ ਨਾਮ ਖਾਸ ਕਰਕੇ ਯਾਦ ਰੱਖਣਾ। ਇਹਨੇ ਸਾਨੂੰ ਦਿੱਤਾ ਸੀ ਆਈਡੀਆ ਸਾਨੂੰ ਕੌਂਸਟੀਟਿਊਸ਼ਨ ਅਸੈਂਬਲੀ ਦਾ ਕਿਹਨੇ ਦਿੱਤਾ ਸੀਗਾ? ਸੰਵਿਧਾਨ ਸਭਾ ਦਾ ਇਹ ਦਿੱਤਾ ਸੀਗਾ 1934 ਦੇ ਵਿੱਚ MN ਰੋਏ ਨੇ, ਠੀਕ ਹੈ ਜੀ। ਅਤੇ ਪੁੱਛ ਲਏ ਕਿਹੜੀ ਪਾਰਟੀ ਦਾ ਸੀ? ਕਮਿਊਨਿਸਟ ਪਾਰਟੀ ਦਾ ਸੀਗਾ, ਠੀਕ ਹੈ ਜੀ। ਆਈ ਹੋਪ ਕਿ ਤੁਹਾਨੂੰ ਸਮਝ ਆ ਗਿਆ। ਇਸ ਆਈਡੀਏ ਨੂੰ ਓਫੀਸ਼ੀਅਲੀ ਤਰੀਕੇ ਦੇ ਨਾਲ ਕਾਂਗਰਸ ਨੇ ਰੱਖਿਆ ਸੀਗਾ ਅੰਗਰੇਜ਼ਾਂ ਦੇ ਸਾਹਮਣੇ। ਮੈਂ ਦੱਸਦਾ, ਕਾਂਗਰਸ ਨੇ INC ਮਤਲਬ ਇੰਡੀਅਨ ਨੈਸ਼ਨਲ ਕਾਂਗਰਸ ਨੇ 1935 ਦੇ ਵਿੱਚ ਓਫੀਸ਼ੀਅਲੀ ਤਰੀਕੇ ਦੇ ਨਾਲ ਅੰਗਰੇਜ਼ਾਂ ਦੇ ਮੂਹਰੇ ਰੱਖਿਆ ਸੀਗਾ, ਠੀਕ ਹੈ ਜੀ, ਵੀ ਸਾਨੂੰ ਜਿਹੜਾ ਸਾਡਾ ਸੰਵਿਧਾਨ ਹੈ, ਸਾਨੂੰ ਕੌਂਸਟੀਟਿਊਸ਼ਨ ਜਿਹੜੀ ਅਸੈਂਬਲੀ ਹੈ ਬਣਾ ਕੇ ਦਿੱਤੀ ਜਾਵੇ, ਜਿਹਦੇ ਵਿੱਚ ਅਸੀਂ ਬੈਠ ਕੇ ਸਾਰੇ ਕੀ ਕਰਾਂਗੇ? ਆਪਣਾ ਸੰਵਿਧਾਨ ਬਣਾਵਾਂਗੇ, ਕੌਂਸਟੀਟਿਊਸ਼ਨ ਬਣਾਵਾਂਗੇ, ਠੀਕ ਹੈ ਜੀ। ਇਹ ਕੰਮ ਉਹਨਾਂ ਨੇ ਕਿਹਾ ਸੀਗਾ। ਅੱਛਾ, ਇਸ ਮੰਗ ਨੂੰ, ਠੀਕ ਹੈ ਜੀ, ਇੱਕ ਚੀਜ਼ ਹੋਰ ਹੋਈ ਸੀ, ਇਹ ਵੀ ਤੁਹਾਨੂੰ ਪੇਪਰ ਦੇ ਵਿੱਚ ਆ ਸਕਦਾ ਹੈ। ਓਫੀਸ਼ੀਅਲੀ ਤਰੀਕੇ ਨਾਲ ਮੰਗ ਕਾਂਗਰਸ ਨੇ ਕਦੋਂ ਰੱਖੀ? ਇਹ ਤਰੀਕ ਜਿਹੜਾ ਯਾਦ ਰੱਖਣਾ ਤੁਸੀਂ,
ਫਿਰ ਕੀ ਹੋਇਆ ਜੀ 1938 ਦੇ ਵਿੱਚ ਇੱਕ ਛੋਟਾ ਜਿਹਾ ਜਿਹੜਾ ਸੈਸ਼ਨ ਹੋਇਆ ਸੀ ਕਾਂਗਰਸ ਦਾ, ਉਸ ਸੈਸ਼ਨ ਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਨੇ ਕਿਹਾ ਕਿ ਜਿਹੜਾ ਸਾਡਾ ਸੰਵਿਧਾਨ ਬਣਾਵਾਂਗੇ ਅਸੀਂ ਨਾ, ਉਹ ਕੀ ਹੋਵੇਗਾ ਜੀ ਫ੍ਰੀ ਐਂਡ ਫੇਅਰ, ਮਤਲਬ ਫ੍ਰੀ ਐਂਡ ਫੇਅਰ, ਇਹਦੇ ਵਿੱਚ ਕੋਈ ਵੀ ਅੰਗਰੇਜ਼ਾਂ ਦਾ ਇੰਟਰਫੇਅਰ ਨਹੀਂ ਹੋਵੇਗਾ, ਇੱਥੇ ਸਿਰਫ ਇੰਡੀਆ ਦੇ ਲੋਕ ਆਪਣੇ ਵਾਸਤੇ ਸੰਵਿਧਾਨ ਬਣਾਉਣਗੇ, ਇਹ ਅੰਗਰੇਜ਼ਾਂ ਦਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੋਵੇਗਾ। ਠੀਕ ਹੈ ਜੀ, ਤਾਂ ਇਹ 1938 ਦੀ ਗੱਲ ਹੈ, ਇਹ ਤੁਸੀਂ ਯਾਦ ਰੱਖਣੀ ਹੈ। ਉਸ ਤੋਂ ਬਾਅਦ ਗੱਲ ਆਈ 1938 ਤੋਂ ਬਾਅਦ ਗੱਲ ਆਉਂਦੀ ਹੈ ਤੁਹਾਡੀ, ਫਿਰ ਗੱਲ ਆਵੇਗੀ ਇਸੇ ਮੰਗ ਨੂੰ ਅੰਗਰੇਜ਼ਾਂ ਨੇ ਕਦੋਂ ਅਸੈਪਟ ਕਰ ਲਿਆ? 1940 ਦੇ ਵਿੱਚ। ਠੀਕ ਹੈ, ਅਸੀਂ ਕੌਂਸਟੀਟਿਊਸ਼ਨ ਅਸੈਂਬਲੀ ਬਣਾ ਕੇ ਦੇ ਦਾਂਗੇ, ਕੌਂਸਟੀਟਿਊਸ਼ਨ ਤੁਹਾਨੂੰ ਡੋਮੀਨੀਅਨ ਸਟੇਟਸ ਵੀ ਦੇਵਾਂਗੇ। ਮਤਲਬ ਡੋਮੀਨੀਅਨ ਸਟੇਟਸ ਦਾ ਮਤਲਬ, ਡੋਮੀਨੀਅਨ ਵਰਡ ਦਾ ਮਤਲਬ ਸਮਝ ਲਓ, ਜਿਵੇਂ ਅੱਜ ਆਸਟ੍ਰੇਲੀਆ ਦੇ ਵਿੱਚ ਜਦੋਂ ਕੋਈ ਲਾਅ ਬਣਦਾ ਹੈ ਤੇ ਫਾਈਨਲ ਜਿਹੜੇ ਸਾਈਨ ਹੁੰਦੇ ਹੈ ਉਹ ਹੁੰਦੇ ਨੇ ਜੀ ਇੰਗਲੈਂਡ ਦੀ ਰਾਣੀ ਦੇ ਅੰਡਰ। ਤਾਂ ਆਸਟ੍ਰੇਲੀਆ ਕੀ ਚੀਜ਼ ਹੈ? ਹਜੇ ਵੀ ਆਸਟ੍ਰੇਲੀਆ ਜੀ ਹੈ ਜੀ ਇੱਕ ਕਲੋਨੀ ਹੈ ਕਿਹਦੀ? UK ਦੀ, ਇੰਗਲੈਂਡ ਦੀ ਕਲੋਨੀ ਹੈ। ਠੀਕ ਹੈ ਜੀ, ਕਿਉਂਕਿ ਸਾਈਨ ਕੌਣ ਕਰਦਾ ਇੱਥੇ? ਕਿਉਂਕਿ ਆਸਟ੍ਰੇਲੀਆ ਦਾ ਆਪਣਾ ਪ੍ਰੈਜ਼ੀਡੈਂਟ ਨਹੀਂ ਗਾ, ਪ੍ਰੈਜ਼ੀਡੈਂਟ ਕੌਣ ਹੈ? UK ਦੀ ਰਾਣੀ ਇਹਦੀ ਪ੍ਰੈਜ਼ੀਡੈਂਟ ਹੈ। ਤੇ ਇੰਡੀਆ ਨੂੰ ਉਸ ਤਰ੍ਹਾਂ ਦਾ ਬਣਾਉਣਾ ਚਾਹੁੰਦੇ ਸੀ ਜਿਵੇਂ ਆਸਟ੍ਰੇਲੀਆ ਅੱਜ ਹੈਗਾ, ਪਰ ਇੰਡੀਆ ਕੀ ਹੈ ਅੱਜ ਜਿਹੜੀ ਇੰਡੀਆ ਹੈਗਾ ਰਿਪਬਲਿਕ ਦਾ ਮਤਲਬ ਕੀ ਹੈ? ਇੱਥੇ ਇੰਡੀਆ ਦਾ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਲੋਕਾਂ ਦੇ ਦੁਆਰਾ ਚੁਣਿਆ ਜਾਂਦਾ। ਸਾਡੇ ਸਾਈਨ ਕੋਈ UK ਦੀ ਰਾਣੀ ਨਹੀਂ ਕਰਦੀ, ਉਹ ਸਾਡੇ ਵਾਸਤੇ ਕੁਝ ਵੀ ਨਹੀਂ ਹੈਗੇ ਅੰਗਰੇਜ਼। ਤੇ ਸਾਡੇ ਪ੍ਰੈਜ਼ੀਡੈਂਟ ਸਾਹਿਬ ਜਿਹੜੇ ਰਾਮਨਾਥ ਕੋਵਿੰਦ ਜੀ ਜਿਹੜੇ ਨੇ, ਉਹ ਸਾਡੇ ਜਿਹੜੇ ਸਾਈਨ ਕਰਦੇ ਨੇ, ਲਾਸਟ ਸਾਡਾ ਜਿਹੜਾ ਸਾਈਨ ਲਾਅ ਬਣਦਾ ਉਹ ਉਹਨਾਂ ਦੇ ਸਾਈਨ ਤੋਂ ਬਣਦਾ। ਇਸ ਲਈ ਸਾਡੇ ਦੇਸ਼ ਦੇ ਵਿੱਚ ਰਿਪਬਲਿਕ ਡੇ ਮਨਾਇਆ ਜਾਂਦਾ ਹੈ। ਅਸੀਂ ਪੂਰੀ ਦੁਨੀਆ ਦੇ ਵਿੱਚ ਦੱਸਣਾ ਚਾਹੁੰਦੇ ਹਾਂ ਕਿ ਸਾਡਾ ਜਿਹੜਾ ਪ੍ਰੈਜ਼ੀਡੈਂਟ ਹੈ ਅਸੀਂ ਲੋਕਾਂ ਨੇ ਆਪਣੇ ਹੱਕਾਂ ਲਈ ਵੋਟਾਂ ਪਾ ਕੇ ਚੁਣਿਆ। ਠੀਕ ਹੈ ਜੀ, ਡੋਮੀਨੀਅਨ ਸਟੇਟਸ ਦੇ ਵਿੱਚ ਹੁੰਦਾ ਹੈ। ਅੰਗਰੇਜ਼ ਸਾਨੂੰ ਚਾਹੁੰਦੇ ਸੀ ਡੋਮੀਨੀਅਨ ਸਟੇਟਸ ਦੇ ਦਈਏ। ਠੀਕ ਹੈ ਜੀ, ਤੇ ਉਹਨਾਂ ਨੇ 1940 ਦੇ ਵਿੱਚ ਅਗਸਤ ਦੇ ਮਹੀਨੇ ਦੇ ਵਿੱਚ ਇਹ ਚੀਜ਼ ਅਸੈਪਟ ਕਰ ਲਈ। ਠੀਕ ਹੈ ਵੀ ਅਸੀਂ ਤੁਹਾਨੂੰ ਡੋਮੀਨੀਅਨ ਸਟੇਟਸ ਦੇ ਦੇਵਾਂਗੇ, ਕੌਂਸਟੀਟਿਊਸ਼ਨ ਅਸੈਂਬਲੀ ਬਣਾ ਕੇ ਦੇਵਾਂਗੇ। ਬਟ ਉਹਦਾ ਰੀਜਨ ਕੀ ਸੀਗਾ? ਰੀਜਨ ਇਹ ਸੀਗਾ ਕਿਉਂਕਿ ਇਹ ਕੀ ਸੀਗਾ ਜੀ, ਯੂਰਪ ਦੇ ਵਿੱਚ ਜਿਹੜਾ UK ਸੀਗਾ, ਇੰਗਲੈਂਡ, ਇਹ ਵਾਰ ਦੇ ਵਿੱਚ ਸੈਕਿੰਡ ਜਿਹੜੀ ਵਰਲਡ ਵਾਰ ਸੀ, ਜਿਹੜੀ 1839 ਤੋਂ ਲੈ ਕੇ 45 ਤੱਕ ਚੱਲੀ ਸੀ, ਉਹਦੇ ਵਿੱਚ ਇਨਕਲੂਡ ਸੀ। UK ਨੇ ਪਾਰਟਿਸਿਪੇਟ ਕੀਤਾ ਹੋਇਆ ਸੀਗਾ, ਜਿਹਦੇ ਖਿਲਾਫ ਜਰਮਨੀ, ਇਟਲੀ, ਜਾਪਾਨ ਵਗੈਰਾ ਲੜ ਰਹੇ ਸੀਗੇ। ਤਾਂ ਇੰਡੀਆ ਨੂੰ ਇਹਨਾਂ UK ਦੀ ਸਰਕਾਰ ਨੇ ਇੰਡੀਆ ਦੇ ਲੋਕਾਂ ਨੂੰ ਕਿਹਾ, ਇੰਡੀਆ ਦੇ ਲੀਡਰਾਂ ਨੂੰ ਕਿਹਾ ਕਿ ਤੁਸੀਂ ਅਗਰ ਸਾਡਾ ਇਸ ਵਰਲਡ ਵਾਰ 2 ਦੇ ਵਿੱਚ ਸਾਥ ਦੇ ਦਿੰਦੇ ਹੋ, ਉਸ ਤੋਂ ਬਾਅਦ ਜਦੋਂ ਵਰਲਡ ਵਾਰ 2 ਖਤਮ ਹੋ ਗਿਆ ਤਾਂ ਅਸੀਂ ਕੀ ਕਰਾਂਗੇ, ਤੁਹਾਨੂੰ ਜੀ ਕੌਂਸਟੀਟਿਊਸ਼ਨ ਅਸੈਂਬਲੀ ਨਾਲ ਦੀ ਨਾਲ ਬਣਾ ਕੇ ਦੇ ਦੇਵਾਂਗੇ। ਪਰ ਇੰਡੀਆ ਦੀ ਜਿਹੜੀ ਮੁਸਲਿਮ ਲੀਗ ਹੈ ਉਸਨੇ ਇਹ ਗੱਲ ਨੂੰ ਮੰਨਿਆ ਨਹੀਂ ਤੇ ਨਾ ਗਾਂਧੀ ਜੀ ਨੇ ਮੰਨਿਆ। ਤਾਂ ਠੀਕ ਹੈ ਜੀ, ਤਾਂ ਇਹ ਅੰਗਰੇਜ਼ ਚਾਹੁੰਦੇ ਸੀ ਵੀ ਸਾਨੂੰ ਇਸ ਦੇ ਵਿੱਚ ਸਪੋਰਟ ਮਿਲ ਜਾਵੇ ਸੈਕਿੰਡ ਵਰਲਡ ਵਾਰ ਦੇ ਵਿੱਚ। ਪਰ ਇੰਡੀਆ ਦੇ ਲੀਡਰ ਬੜੇ ਸਿਆਣੇ ਸੀਗੇ, ਉਹਨਾਂ ਨੇ ਜੀ ਇਸ ਨੂੰ ਬਾਈਕਾਟ ਕਰ ਦਿੱਤਾ ਸੀਗਾ। ਤਾਂ ਕਰਕੇ ਫਿਰ ਇਹਨਾਂ ਨੇ ਸਾਨੂੰ ਇੰਡੀਆ ਦੇ ਲੀਡਰਾਂ ਨੂੰ ਮਨਾਉਣ ਵਾਸਤੇ ਇੱਕ ਮਿਸ਼ਨ ਭੇਜਿਆ ਸੀਗਾ। ਉਸ ਮਿਸ਼ਨ ਦੇ ਬਾਰੇ ਦੱਸਦਾ ਤੁਹਾਨੂੰ। 1942 ਦੇ ਵਿੱਚ ਆਇਆ ਸੀਗਾ ਇੰਡੀਆ ਦੇ ਲੀਡਰਾਂ ਨੂੰ ਮਨਾਉਣ ਵਾਸਤੇ, ਇੰਡੀਆ ਨੂੰ ਪਾਰਟਿਸਿਪੇਟ ਸੈਕਿੰਡ ਵਰਲਡ ਵਾਰ ਦੇ ਵਿੱਚ ਕਰਾਉਣ ਵਾਸਤੇ। ਉਹਦਾ ਨਾਮ ਸੀ ਕ੍ਰਿਪਸ ਮਿਸ਼ਨ। ਇਸ ਮਿਸ਼ਨ ਨੂੰ ਮੁਸਲਿਮ ਜਿਹੜੇ ਲੋਕ ਸੀਗੇ ਉਹਨਾਂ ਨੇ ਕੀ ਕਰਤਾ ਜੀ, ਬਾਈਕਾਟ ਕਰਤਾ। ਉਹਨਾਂ ਨੇ ਇਸ ਚੀਜ਼ ਦਾ ਬਾਈਕਾਟ ਕਰਤਾ ਕਿਉਂਕਿ ਇਹਦੇ ਵਿੱਚ ਕ੍ਰਿਪਸ ਨਾਮ ਦਾ ਇੱਕ ਪਰਸਨ ਸੀਗਾ ਜਿਹੜਾ ਇਹਦਾ ਮੈਂਬਰ ਸੀਗਾ, ਜਿਹਦੇ ਨਾਮ ਤੇ ਇਸ ਨਾਮ ਪੈ ਗਿਆ ਕ੍ਰਿਪਸ ਮਿਸ਼ਨ 1942। ਯਾਦ ਰੱਖਣਾ ਜੀ, ਇਹ ਫੇਲ ਹੋ ਗਿਆ ਸੀਗਾ ਕਿਉਂਕਿ ਇਹ ਚਾਹੁੰਦੇ ਸੀ ਸਾਨੂੰ ਵੀ ਅਸੀਂ ਪਾਰਟਿਸਿਪੇਟ ਕਰੀਏ ਵਰਲਡ ਵਾਰ 2 ਦੇ ਵਿੱਚ, ਪਰ ਅਸੀਂ ਮਨਾ ਕਰਤਾ ਸੀਗਾ। ਠੀਕ ਹੈ ਜੀ, ਸਾਡੇ ਲੀਡਰਾਂ ਨੇ। ਫਿਰ ਇਹਨਾਂ ਨੂੰ ਅੰਗਰੇਜ਼ਾਂ ਨੂੰ ਜਦੋਂ ਇਹ ਚੀਜ਼ ਦਾ ਪਤਾ ਲੱਗ ਗਿਆ ਵੀ ਇੰਡੀਆ ਦੇ ਲੋਕ ਹੁਣ ਸਿਆਣੇ ਹੋ ਚੁੱਕੇ ਆ, ਤਾਂ ਸਾਨੂੰ ਕੀ ਕਰਨਾ ਚਾਹੀਦਾ, ਸਾਨੂੰ ਇਹਨਾਂ ਨੂੰ ਆਜ਼ਾਦ ਕਰ ਦੇਣਾ ਚਾਹੀਦਾ। ਫਿਰ ਫਾਈਨਲੀ ਇਹਨਾਂ ਨੇ ਇੱਕ ਮਿਸ਼ਨ ਭੇਜਿਆ 1946 ਦੇ ਵਿੱਚ, ਕਿਉਂਕਿ ਵਰਲਡ ਵਾਰ ਖਤਮ ਹੋ ਗਿਆ ਸੀਗਾ। ਬਹੁਤ ਜ਼ਿਆਦਾ ਅੰਗਰੇਜ਼ਾਂ ਦਾ ਪੈਸਾ ਉਸ ਲੜਾਈ ਦੇ ਵਿੱਚ ਯੂਰਪ ਦੇ ਵਿੱਚ ਲੱਗ ਚੁੱਕਿਆ ਸੀਗਾ। ਤੇ ਇੱਧਰੋਂ ਵੀ ਇੰਡੀਆ ਦੇ ਵਿੱਚ ਵੀ ਕੀ ਹੋਇਆ ਸੀਗਾ, ਜਿਹੜੀ ਆਰਮੀ ਸੀ ਉਹ ਵੀ ਬਗਾਵਤ ਕਰ ਗਈ ਸੀ। ਜਿਹੜੇ ਅਫਸਰਸ਼ਾਹੀ ਲੋਕ ਸੀਗੇ ਅੰਗਰੇਜ਼ਾਂ ਦੇ ਥੱਲੇ, ਉਹ ਵੀ ਸਾਰੇ ਬਗਾਵਤ ਕਰ ਗਏ ਸੀ ਬ੍ਰਿਟਿਸ਼ ਨਾਲ। ਇੰਡੀਆ ਦੇ ਵਿੱਚ ਦੰਗੇ ਸਟਾਰਟ ਹੋ ਗਏ ਸੀਗੇ, ਜਿਸ ਦਾ ਰੀਜ਼ਨ ਇਹ ਚੱਲਿਆ ਕਿ ਇੰਡੀਆ ਦੇ ਵਿੱਚ ਫਿਰ ਇਹਨਾਂ ਨੇ ਤੁਰੰਤ ਉਸੇ ਟਾਈਮ ਹੀ ਕੀ ਭੇਜਦਾ ਜੀ, ਉਸੇ ਟਾਈਮ ਹੀ ਇੱਕ ਮਿਸ਼ਨ ਭੇਜਿਆ ਜਿਹਦਾ ਨਾਮ ਸੀ ਕੈਬਨਿਟ ਮਿਸ਼ਨ 1946 ਦੇ ਵਿੱਚ। ਇਸੇ ਮਿਸ਼ਨ ਦੇ ਵਿੱਚ ਉਹੀ ਕ੍ਰਿਪਸ ਨਾਮ ਦਾ ਪਰਸਨ ਆਇਆ ਤੇ ਉਹਦੇ ਨਾਲ 2 ਮੈਂਬਰ ਹੋਰ ਆਏ। ਤਾਂ ਇਹ ਜਿਹੜੀ ਕੁੱਲ ਮਿਲਾ ਕੇ 3 ਮੈਂਬਰ ਬੋਡੀ ਬਣੀ, ਜਿਹਦੇ ਵਿੱਚ ਇਹ ਮੈਂਬਰ ਆਇਆ। ਇਸ ਕਮੇਟੀ ਨੇ ਆ ਕੇ ਕੈਬਨਿਟ ਮਿਸ਼ਨ ਨੇ ਆ ਕੇ ਸਾਡੇ ਸੰਵਿਧਾਨ ਦੇ ਵਿੱਚ, ਇੰਡੀਆ ਦੇ ਵਿੱਚ ਆ ਕੇ ਕੀ ਬਣਾਈ, ਕੌਂਸਟੀਟਿਊਸ਼ਨ ਅਸੈਂਬਲੀ ਬਣਾ ਕੇ ਦਿੱਤੀ ਸਾਨੂੰ ਸੰਵਿਧਾਨ ਸਭਾ, ਜਿਹਦੇ ਵਿੱਚ ਅਸੀਂ ਅੱਗੇ ਬੈਠ ਕੇ 1946 ਤੋਂ ਬਾਅਦ ਕੀ ਕਰਾਂਗੇ, 3 ਸਾਲ ਸੰਵਿਧਾਨ ਬੈਠ ਕੇ ਬਣਾਵਾਂਗੇ। ਉਹੀ ਸੰਵਿਧਾਨ ਦੇ ਬਾਰੇ ਅਸੀਂ ਗੱਲ ਕਰਦੇ ਪਏ ਹਾਂ।
आई होप कि तुहानूं हुण तक दा सारा जिहड़ा वेरवा मैं समझा दिता है। तो तुहाडे लई क्वेश्चन की बनदा है कि संविधान बनाउण वास्ते जिहड़ी साडी संविधान असैंबली है, संविधान सभा बनी सी, वो किहड़े मिशन के अंडर बनी सी? 1946 वाले मिशन के अंडर। तुसीं ये याद रखना है। ये 3 मैंबर बॉडी सी, 3 मैंबरां दे मैं तुहानूं नाम लिखवा रहा, उसके नाम लिख लो पहला। जिहड़ा कैबिनेट मिशन सीगा सब तो पहला इहदे विच सीगा सर स्टैफर्ड क्रिप्स, ਇਹਦਾ ਨਾਮ ਸੀਗਾ, इस परसन का नाम ਸੀਗਾ ਜਿਹੜਾ ਮੇਨ ਹੈਡ ਸੀਗਾ, ਉਹੀ क्रिप्स मिशन वाला सर स्टैफर्ड क्रिप्स। ठीक है जी। ਉਹਦੇ ਬਾਅਦ ਇਹਦੇ ਵਿੱਚ ਸੀਗਾ, ਇਹਦੇ ਵਿੱਚ ਇੱਕ ਪਰਸਨ ਹੋਰ ਸੀਗਾ ਪੈਂਥਿਕ ਲਾਰੈਂਸ ਨਾਮ ਦਾ ਸੈਕਿੰਡ ਮੈਂਬਰ ਸੀਗਾ। ਇਹ ਤੁਸੀਂ ਪੇਪਰਾਂ ਦੇ ਵਿੱਚ ਤੁਹਾਨੂੰ ਆ ਸਕਦਾ, ਯਾਦ ਰੱਖਿਆ ਜੀ। ਤੇ ਉਸ ਤੋਂ ਬਾਅਦ ਆਇਆ ਜੀ ਏ ਬੀ ਅਲੈਗਜ਼ੈਂਡਰ। ठीक है जी, ਅਲੈਗਜ਼ੈਂਡਰ ਇਹ ਵੀ ਪਰਸਨ ਸੀਗਾ। ਇਹ ਤੁਸੀਂ ਯਾਦ ਰੱਖਣਾ, ਪੰਜਾਬੀ ਦੇ ਵਿੱਚ ਲਿਖ ਲਿਆ, ਨਾਮ ਸੇਮ ਹੀ ਨੇ, ਨਾਮ ਆਪਾਂ ਨਾਮ ਹੀ ਲਿਖੇ ਨੇ ਸਿਰਫ। ਸਟੈਫਰਡ ਕ੍ਰਿਪਸ ਸੀਗਾ ਇੱਕ ਜਿਹੜਾ ਕੈਬਨਿਟ ਮਿਸ਼ਨ ਦੇ ਵਿੱਚ ਬਣ ਕੇ ਆਇਆ ਸੀ। ਇਹ 3 ਮੈਂਬਰ ਆਏ ਸੀਗੇ। ਇਹਨਾਂ ਨੇ ਸਾਡੇ ਸੰਵਿਧਾਨ ਦੇ ਵਿੱਚ ਕੀ ਬਣਾ ਕੇ ਦਿੱਤਾ? ਸਭ ਤੋਂ ਪਹਿਲਾਂ ਸਾਨੂੰ ਬਣਾ ਕੇ ਦਿੱਤੀ ਕੌਂਸਟੀਟਿਊਸ਼ਨ ਅਸੈਂਬਲੀ। ਠੀਕ ਹੈ ਜੀ। ਹੁਣ ਤੁਸੀਂ ਅੱਗੇ ਵਾਲੀ ਕਹਾਣੀ ਸਮਝੋ। ਆਈ ਹੋਪ ਕਿ ਹੁਣ ਤੱਕ ਦਾ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਿਆ ਹੋਵੇਗਾ। ਉਸ ਤੋਂ ਬਾਅਦ ਕੀ ਹੋਇਆ ਜੀ, ਇਹਨਾਂ ਨੇ ਜੀ ਸਟਾਰਟ ਕੀਤਾ ਵੀ ਹੁਣ ਇੰਡੀਆ ਦੇ ਵਿੱਚ ਪ੍ਰੋਬਲਮ ਇਹ ਸੀ ਕਿਉਂਕਿ ਇੰਡੀਆ ਦੇ ਵਿੱਚ ਜਿਹੜੀ ਪੋਪੂਲੇਸ਼ਨ ਹੈ ਉਹ ਬਹੁਤ ਜ਼ਿਆਦਾ ਸੀਗੀ ਤੇ ਇੰਡੀਆ ਦੇ ਵਿੱਚ ਕਿਹੜੀ ਡੈਮੋਕ੍ਰੇਸੀ ਚੱਲ ਸਕਦੀ ਸੀ? ਸਾਰਿਆਂ ਨੂੰ ਇੱਕ ਥਾਂ ਤੇ ਇਕੱਠੇ ਕਰ ਨਹੀਂ ਸਕਦੇ ਸੀ। ਤੇ ਇਹਨਾਂ ਨੇ ਕੀ ਕੀਤਾ ਜੀ, ਜਿਹੜੇ ਕੌਂਸਟੀਟਿਊਸ਼ਨ ਅਸੈਂਬਲੀ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਮੈਂਬਰ ਚੁਣਨੇ ਸੀਗੇ ਤਾਂ ਇਹਨਾਂ ਨੇ ਪੂਰੇ ਹਿੰਦੁਸਤਾਨ ਦੇ ਵਿੱਚ 10 ਲੱਖ ਦੇ ਉੱਪਰ ਇੱਕ ਮੈਂਬਰ ਚੁਣਨ ਦੀ, 10 ਲੱਖ ਦੇ ਉੱਪਰ ਇੱਕ ਮੈਂਬਰ ਆਵੇਗਾ ਇਸ ਕੌਂਸਟੀਟਿਊਸ਼ਨ ਅਸੈਂਬਲੀ ਦੇ ਵਿੱਚ। ठीक है जी। ਉਹਦੇ ਵਾਸਤੇ ਕੀ ਕਰਨਾ ਪੈਣਾ ਸੀ? ਚੁਣਾਵ ਕਰਵਾਉਣੇ ਪੈਣੇ ਸੀ। ਚੁਣਾਵ ਕਰਾਂਗੇ ਤਾਂ ਹੀ ਪਤਾ ਲੱਗੇਗਾ ਨਾ ਵੀ ਕਿਹੜਾ ਮੈਂਬਰ ਇੱਥੇ ਚੁਣ ਕੇ ਆਵੇਗਾ ਇਸ ਅਸੈਂਬਲੀ ਦੇ ਵਿੱਚ। ਤਾਂ ਫਿਰ ਉਸ ਟਾਈਮ ਦੇ ਵਿੱਚ ਕੀ ਹੋਇਆ, ਮੁਸਲਿਮ ਲੀਗ, ਅਦਰਸ ਤੇ ਕਾਂਗਰਸ, ਇਹਨਾਂ ਸਾਰਿਆਂ ਦੇ ਵਿੱਚ ਇਲੈਕਸ਼ਨ ਹੋਣਗੇ 1946 ਦੇ ਵਿੱਚ। ਉਸ 1946 ਦੇ ਵਿੱਚ 1946 ਦੇ ਵਿੱਚ ਜਦੋਂ ਵੋਟਾਂ ਦੇ ਜਦੋਂ ਰਿਜ਼ਲਟ ਆਉਣਗੇ, ਠੀਕ ਹੈ ਜੀ, ਉਦੋਂ ਜਿਹੜੀ ਮੁਸਲਿਮ ਲੀਗ ਹੈ ਉਹਨੂੰ ਵੋਟਾਂ ਬਹੁਤ ਘੱਟ ਮਿਲਣਗੀਆਂ, ਉਹਦੇ ਪਰਸਨ ਬੜੇ ਘੱਟ ਜਿੱਤਣਗੇ, ਜਿਸ ਦੇ ਕਾਰਨ ਕੀ ਹੋਊਗਾ, ਇਹ ਬਗਾਵਤ ਕਰ ਜਾਣਗੇ। ਇਹ ਕਹਿਣਗੇ ਸਾਨੂੰ ਕੌਂਸਟੀਟਿਊਸ਼ਨ ਅਸੈਂਬਲੀ ਜਿਹੜੀ ਪਾਕਿਸਤਾਨ ਦੀ ਮੰਗ ਹੈ ਇਹ ਰੱਖਣਗੇ। ਉਸ ਤੋਂ ਬਾਅਦ ਕਹਿਣਗੇ ਸਾਨੂੰ ਕੌਂਸਟੀਟਿਊਸ਼ਨ ਦੀ ਜਿਹੜੀ ਅਸੈਂਬਲੀ ਹੈ ਇਹ ਅਲੱਗ ਸਿਰਫ ਮੁਸਲਿਮ ਵਾਸਤੇ ਅਲੱਗ ਬਣਾ ਕੇ ਦਿੱਤੀ ਜਾਵੇ। ਜੇ ਫਿਰ ਅੰਗਰੇਜ਼ਾਂ ਨੇ ਉਹਦੇ ਵਾਸਤੇ ਵੀ ਮੰਨ ਗਏ, ਉਹਨਾਂ ਨੇ ਅਲੱਗ ਉਹਨਾਂ ਦੇ ਵਾਸਤੇ ਵੀ ਅਸੈਂਬਲੀ ਬਣਾ ਕੇ ਦਿੱਤੀ ਤੇ ਹਿੰਦੁਸਤਾਨ ਵਾਸਤੇ ਵੀ ਬਣਾ ਕੇ ਦਿੱਤੀ। ਤਾਂ ਉਹਦੇ ਕਾਰਨ ਫਿਰ ਕੀ ਹੋਏਗਾ, ਉਹ ਆਪਾਂ ਮਾਡਰਨ ਇੰਡੀਆ ਦੇ ਵਿੱਚ ਪੜ੍ਹਦੇ ਹੁੰਦੇ ਹਾਂ ਤੇ ਆਪਣਾ ਕੰਮ ਹੈ ਜੀ ਕੌਂਸਟੀਟਿਊਸ਼ਨ ਅਸੈਂਬਲੀ ਦੇ ਬਾਰੇ ਗੱਲ ਕਰਦੇ ਪਏ ਹਾਂ। ਠੀਕ ਹੈ ਜੀ। ਹੁਣ ਕੌਂਸਟੀਟਿਊਸ਼ਨ ਅਸੈਂਬਲੀ ਦੇ ਵਿੱਚ ਕੁੱਲ ਮਿਲਾ ਕੇ ਜਿਹੜੇ ਅੰਗਰੇਜ਼ਾਂ ਨੇ ਸਾਡੇ 10 ਲੱਖ ਦੇ ਉੱਪਰ ਇੱਕ ਮੈਂਬਰ ਜਿਹੜਾ ਚੁਣਿਆ ਸੀਗਾ, ਉਹਦੇ ਵਿੱਚ ਟੋਟਲ ਮੈਂਬਰ ਕੌਂਸਟੀਟਿਊਸ਼ਨ ਅਸੈਂਬਲੀ ਦੇ ਵਿੱਚ ਕਿੰਨੇ ਬਣੇ ਸੀ? ਤਾਂ ਉਹ ਤੁਸੀਂ ਯਾਦ ਰੱਖਣਾ ਹੈ। ਉਹ ਜਿਹੜੇ ਮੈਂਬਰ ਟੋਟਲ ਜਿਹੜੇ ਹੈਗੇ ਸੀਗੇ ਉਹ ਬਣੇ ਸੀ ਇਹਨਾਂ ਦੇ 389। ਠੀਕ ਹੈ ਜੀ। 389 ਟੋਟਲ ਹਿੰਦੁਸਤਾਨ, ਪਾਕਿਸਤਾਨ ਤੇ ਬੰਗਲਾਦੇਸ਼। ਉਸ ਟਾਈਮ ਦੇ ਵਿੱਚ ਪਾਕਿਸਤਾਨ ਨਹੀਂ ਬਣਿਆ ਸੀਗਾ, ਬੰਗਲਾਦੇਸ਼, ਇੰਡੀਆ, ਇਹ ਸਾਰੇ ਇੱਕੋ ਹੀ ਸੀਗੇ। ਇਹਦੇ ਵਿੱਚ ਕੁੱਲ ਮਿਲਾ ਕੇ ਜਿਹੜਾ ਸਾਡੇ ਮੈਂਬਰ ਟੋਟਲ ਬਣੇ ਪੂਰੇ 10 ਲੱਖ ਦੇ ਉੱਪਰ ਇੱਕ ਮੈਂਬਰ ਚੁਣ ਕੇ, ਤਾਂ ਮਤਲਬ ਕਿੰਨੀ ਉਸ ਟਾਈਮ ਤੇ ਮੰਨ ਕੇ ਚੱਲੋ ਵੀ ਸਾਡੀ ਕਿੰਨੀ ਜਨਸੰਖਿਆ ਸੀ, 40-45 ਕਰੋੜ ਤਾਂ ਉਸ ਟਾਈਮ ਤੇ ਵੀ ਲੋਕ ਹੈਗੇ ਸੀਗੇ। ਠੀਕ ਹੈ ਜੀ। ਤੇ ਤੁਸੀਂ ਇਸ ਟਾਈਮ ਤੇ ਵੇਖ ਲਓ ਤੇ ਇੰਨੇ ਮੈਂਬਰ ਸਾਡੇ ਚੁਣ ਕੇ ਆਏ ਸੀ ਕੌਂਸਟੀਟਿਊਸ਼ਨ ਅਸੈਂਬਲੀ ਦੇ ਵਿੱਚ। ਹੁਣ ਇਹ ਕੌਂਸਟੀਟਿਊਸ਼ਨ ਅਸੈਂਬਲੀ ਦੇ 2 ਕੰਮ ਸੀਗੇ। ਹੁਣ ਧਿਆਨ ਨਾਲ ਸਮਝਣਾ ਜੀ, ਇੱਥੇ ਬਹੁਤ ਇੰਪੋਰਟੈਂਟ ਹੈ, ਧਿਆਨ ਨਾਲ ਸਮਝਣਾ, ਕਿਉਂਕਿ ਸਾਡਾ ਦੇਸ਼ ਆਜ਼ਾਦ ਹੋਇਆ ਕਦੋਂ? 15 ਅਗਸਤ 1947 ਨੂੰ, 15 ਅਗਸਤ 1947 ਨੂੰ। ਪਰ ਜਿਹੜੇ ਸਾਡੇ ਇਲੈਕਸ਼ਨ, ਜਿਹੜੀ ਲੋਕ ਸਭਾ ਦੇ ਇਲੈਕਸ਼ਨ ਪਹਿਲੇ ਹੋਏ ਸੀ ਉਹ ਹੋਏ ਸੀਗੇ 1951 ਤੇ 52 ਦੇ ਵਿੱਚ। ਤਾਂ ਆਹ ਜਿਹੜਾ ਟਾਈਮ ਪੀਰੀਅਡ ਸੀਗਾ ਉਹਦੇ ਵਿੱਚ, ਕਿਉਂਕਿ 1947 ਨੂੰ ਤਾਂ ਅੰਗਰੇਜ਼ ਛੱਡ ਕੇ ਚਲੇ ਗਏ ਸੀਗੇ, ਤਾਂ ਆਹ ਟਾਈਮ ਦੇ ਵਿੱਚ ਜਿਹੜਾ ਟਾਈਮ ਪੀਰੀਅਡ ਸੀਗਾ 3 ਸਾਲ ਜਿਹੜਾ ਸੀਗਾ ਲਗਭਗ 3 ਸਾਲਾਂ ਦਾ, ਇਸ ਟਾਈਮ ਪੀਰੀਅਡ ਦੇ ਵਿੱਚ ਜਿਹੜੀ ਆ ਕੌਂਸਟੀਟਿਊਸ਼ਨ ਅਸੈਂਬਲੀ ਹੈ ਇਹਨੇ 2 ਕੰਮ ਕੀਤੇ ਸੀਗੇ। ਇੱਕ ਤਾਂ ਸਾਡੇ ਸੰਵਿਧਾਨ ਬਣਾਉਣ ਵਾਸਤੇ, ਕੌਂਸਟੀਟਿਊਸ਼ਨ ਬਣਾਉਣ ਵਾਸਤੇ ਵੀ ਕੰਮ ਕਰਦੀ ਸੀ, ਦੂਜਾ ਸਾਡੇ ਦੇਸ਼ ਨੂੰ ਉਸ ਟਾਈਮ ਦੇ ਵਿੱਚ 3 ਸਾਲਾਂ ਵਿੱਚ ਸੰਭਾਲਣ ਵਾਸਤੇ ਵੀ ਕੰਮ ਕਰਦੀ ਸੀ। ਠੀਕ ਹੈ ਜੀ। ਤਾਂ ਇਹ ਯਾਦ ਰੱਖਣਾ ਵੀ ਜਦੋਂ ਕੌਂਸਟੀਟਿਊਸ਼ਨ ਬਣ ਰਿਹਾ ਹੋਵੇਗਾ ਉਦੋਂ ਪ੍ਰੈਜ਼ੀਡੈਂਟ ਦਾ ਨਾਮ ਉਦੋਂ ਸਾਡਾ ਹੋਵੇਗਾ ਪ੍ਰੈਜ਼ੀਡੈਂਟ। ਠੀਕ ਹੈ ਜੀ। ਉਦੋਂ ਪ੍ਰੈਜ਼ੀਡੈਂਟ, ਟੈਂਪਰੇਰੀ ਪ੍ਰੈਜ਼ੀਡੈਂਟ ਆਪਾਂ ਚੁਣਾਂਗੇ। ਤੇ ਜਦੋਂ ਇਹ ਸੰਵਿਧਾਨ, ਜਦੋਂ ਇਹ ਐਜ਼ ਏ ਇੰਡੀਆ ਨੂੰ ਸੰਭਾਲਣ ਦਾ ਕੰਮ ਕਰ ਰਹੀ ਹੈ, ਇਹ 3 ਸਾਲਾਂ ਦੇ ਵਿੱਚ ਵੀ ਕੋਈ ਦੰਗੇ ਨਾ ਹੋਣ ਇਸ ਤਰੀਕੇ ਨਾਲ, ਤਾਂ ਉਦੋਂ ਸਾਡੇ ਦੇਸ਼ ਦੇ ਵਿੱਚ ਆਹ ਕੌਂਸਟੀਟਿਊਸ਼ਨ ਅਸੈਂਬਲੀ ਕੀ ਬਣ ਜਾਵੇਗੀ, ਐਜ਼ ਏ ਉੱਥੇ ਵਰਕ ਕਰੇਗਾ ਸਪੀਕਰ। ਠੀਕ ਹੈ ਜੀ। ਸਪੀਕਰ ਕੰਮ ਕਰੇਗਾ। ਤਾਂ ਇਸ ਦੇ 2-3 ਸਾਲ ਇਹਨੇ 2 ਤਰ੍ਹਾਂ ਦੇ ਕੰਮ ਕੀਤੇ ਸੀ, ਇਹ ਯਾਦ ਰੱਖਣੇ ਨੇ। ਉਹ ਮੈਂ ਤੁਹਾਨੂੰ ਹੁਣੇ ਸਮਝਾ ਦਿੰਦਾ ਵੀ ਉਹ ਕਿਹੜੇ ਪਰਸਨ ਸੀਗੇ, ਆਪਾਂ ਨਾਮ ਯਾਦ ਰੱਖਦੇ ਹਾਂ। ਠੀਕ ਹੈ ਜੀ। ਅੱਛਾ, ਆਈ ਹੋਪ ਕਿ ਤੁਹਾਨੂੰ ਹੁਣ ਤੱਕ ਦਾ ਸਾਰਾ ਸਮਝ ਆ ਗਿਆ ਹੋਵੇਗਾ। ਤਾਂ ਪ੍ਰੋਪਰ ਮੈਂ ਤੁਹਾਡੇ ਨੋਟਸ ਬਣਵਾ ਰਿਹਾ ਤੇ ਤੁਸੀਂ ਇਸ ਤਰ੍ਹਾਂ ਸਮਝ ਲੈਣਾ। ਉਸ ਤੋਂ ਬਾਅਦ ਕੀ ਹੋਇਆ ਜੀ, ਇਹਨਾਂ 300 ਜਿਹੜੇ
389 ਜਿਹੜੇ ਮੈਂਬਰ ਸੀਗੇ ਇਹਦੇ ਵਿੱਚ ਕਿੰਨੇ ਤਰ੍ਹਾਂ ਦੇ ਮੈਂਬਰ ਸੀਗੇ, ਇਹਦੇ ਵਿੱਚ ਕਿਹੜੇ ਰਾਜ। ਇੱਕ ਤਾਂ ਸੀਗਾ ਵੀ ਪੂਰਾ ਹਿੰਦੁਸਤਾਨ ਜਿੱਤਿਆ ਸੀ ਤਾਂ ਬ੍ਰਿਟਿਸ਼ ਰਾਜ ਜਿਹੜਾ ਸੀਗਾ ਤਾਂ ਉਹਦੇ ਵਿੱਚ ਜਿਹੜੇ ਮੈਂਬਰ ਬਣੇ ਸੀ ਟੋਟਲ ਕਿੰਨੇ ਆਏ ਸੀ ਪੂਰੇ ਹਿੰਦੁਸਤਾਨ ਦੇ ਵਿੱਚੋਂ ਜਿਹੜੇ ਬ੍ਰਿਟਿਸ਼ ਨੇ ਚੁਣੇ ਸੀ 296। ਤੇ ਇਹਦੇ ਵਿੱਚ ਜਿਹੜੇ ਰਾਜੇ ਰਜਵਾੜੇ ਸੀਗੇ ਉਹਨਾਂ ਨੂੰ ਆਪਾਂ ਕਹਿੰਦੇ ਸੀ ਪ੍ਰਿੰਸਲੀ ਸਟੇਟ ਰਾਜੇ ਰਜਵਾੜੇ, ਹਿੰਦੀ ਪੰਜਾਬੀ ਦੇ ਵਿੱਚ ਲਿਖ ਲਿਆ ਜੀ। ਉਹਨਾਂ ਦੀਆਂ ਸੀਟਾਂ ਹੈਗੀਆਂ ਸੀ 93, ਠੀਕ ਹੈ ਜੀ, ਉਹਨਾਂ ਦੀ ਸੀਟਾਂ ਹੈਗੀਆਂ ਸੀ 93 ਤੇ 296 ਹੈਗੀ ਸੀ ਬ੍ਰਿਟਿਸ਼ ਰਾਜ ਦੀਆਂ, ਜਿਹੜਾ ਬ੍ਰਿਟਿਸ਼ ਨੇ ਅਕਵਾਇਰ ਕੀਤਾ ਸੀ ਸਾਡਾ ਇੰਡੀਆ ਉਸ ਨਾਲ, ਠੀਕ ਹੈ ਜੀ। ਤੇ ਬ੍ਰਿਟਿਸ਼ ਦੇ ਅੰਡਰ ਸੀਗੀਆਂ ਇੰਨੀਆਂ ਸੀਟਾਂ ਤੇ ਇਹ ਪ੍ਰਿੰਸਲੀ ਸਟੇਟ ਸੀਗੀਆਂ। ਤਾਂ ਕੁੱਲ ਮਿਲਾ ਕੇ ਬ੍ਰਿਟਿਸ਼ ਨੇ ਇਹ ਜਿਹੜੇ 296 ਸੀਟਾਂ ਸੀ ਇਸ ਨੂੰ ਡਿਵਾਈਡ ਕੀਤਾ ਹੋਇਆ ਸੀਗਾ 11 ਸੂਬਿਆਂ ਦੇ ਵਿੱਚ। 11 ਸੂਬੇ ਸੀਗੇ, ਇਹਨਾਂ ਨੂੰ ਸੂਬੇ ਨਹੀਂ ਕਹਿੰਦੇ ਸੀ ਉਸ ਟਾਈਮ ਤੇ, ਕਹਿੰਦੇ ਸੀ ਪ੍ਰੋਵਿੰਸ। ਇਹਨਾਂ ਨੂੰ ਪ੍ਰੋਵਿੰਸ ਕਿਹਾ ਜਾਂਦਾ ਸੀਗਾ, ਅੰਗਰੇਜ਼ ਇਹਨਾਂ ਨੂੰ ਅੱਜ ਵੀ ਪ੍ਰੋਵਿੰਸ ਕਹਿੰਦੇ ਆ, ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਤੇ ਜਿਵੇਂ ਅੱਜ ਦੀ ਜਿਹਨੂੰ ਸਟੇਟ ਜਿਹਨੂੰ ਆਪਾਂ ਕਹਿ ਰਹੇ ਹਾਂ ਉਸੇ ਟਾਈਮ ਵੀ ਪ੍ਰੋਵਿੰਸ ਹੁੰਦਾ ਸੀ, ਬ੍ਰਿਟਿਸ਼ ਨੂੰ ਪ੍ਰੋਵਿੰਸ ਕਹਿੰਦੇ ਸੀ ਸਟੇਟ ਨੂੰ। ਤਾਂ 11 ਸੂਬੇ ਹੁੰਦੇ ਸੀ ਉਸ ਟਾਈਮ ਦੇ ਹਿੰਦੁਸਤਾਨ ਦੇ ਵਿੱਚ, ਜਿਹਦੇ ਵਿੱਚ ਠੀਕ ਹੈ ਜੀ 8 ਦੇ ਵਿੱਚ ਕਾਂਗਰਸ ਦੀ ਸਰਕਾਰ ਬਣੀ ਹੋਈ ਸੀ 8 ਸੂਬਿਆਂ ਦੇ ਵਿੱਚ। ਤਾਂ ਕਾਂਗਰਸ ਬੜੀ ਪੀਕ ਦੇ ਉੱਪਰ ਸੀਗੀ ਤੇ ਮੁਸਲਿਮ ਨੂੰ ਸੀਟਾਂ ਇਹਦੇ ਵਿੱਚ ਘੱਟ ਮਿਲੀਆਂ ਸੀ, ਜਿਸ ਦੇ ਕਾਰਨ ਕੀ ਹੋਇਆ ਸੀਗਾ ਉਹਨਾਂ ਨੇ ਆਪਣੀ ਕੌਂਸਟੀਟਿਊਸ਼ਨ ਅਸੈਂਬਲੀ ਹੀ ਅਲੱਗ ਕਰਵਾ ਲਈ ਸੀ, ਠੀਕ ਹੈ ਜੀ, ਤੇ ਪਾਕਿਸਤਾਨ ਦੀ ਮੰਗ ਰੱਖਤੀ ਸੀ, ਇਹ ਵੀ ਤੁਸੀਂ ਯਾਦ ਰੱਖਣਾ। ਉਸ ਤੋਂ ਬਾਅਦ ਕੀ ਹੋਵੇਗਾ, ਹੁਣ ਜਦੋਂ ਹੁਣ ਆਪਾਂ ਦੇਖਦੇ ਹਾਂ ਵੀ ਚੁਣਾਵ ਦੇ ਟਾਈਮ 'ਤੇ ਵੀ ਕਿੰਨੀਆਂ ਵੋਟਾਂ ਕਿਸੇ ਨੂੰ ਆਈਆਂ ਸੀ। ਤਾਂ ਯਾਦ ਰੱਖਿਆ ਜੇ ਚੁਣਾਵ ਤਾਂ ਦੇਖੋ ਪ੍ਰਿੰਸਲੀ ਸਟੇਟਾਂ ਦੇ ਤਾਂ ਕੋਈ ਚੁਣਾਵ ਹੋਣੇ ਹੀ ਨਹੀਂ ਸੀਗੇ, ਕਿਉਂਕਿ ਰਾਜਾ ਜਿਹੜਾ ਹੁੰਦਾ ਸੀ ਉਹ ਕੀ ਕਰਦਾ ਸੀ ਆਪਣੇ ਥੱਲੇ ਇੱਕ ਮੈਂਬਰ ਨੂੰ ਚੁਣ ਕੇ, ਜਿਵੇਂ ਡਾਕਟਰ BR ਅੰਬੇਦਕਰ ਸੀ ਉਹਨਾਂ ਨੂੰ ਡਾਇਰੈਕਟ ਭੇਜ ਦਿੰਦਾ ਸੀਗਾ, ਕਿਉਂਕਿ ਉਹਨਾਂ ਦੇ ਰਾਜ ਦੇ ਵਿੱਚੋਂ ਜਿਹੜਾ ਵੀ ਰਾਜਾ ਹੁੰਦਾ ਸੀ ਉਹਨੂੰ ਭੇਜ ਦਿੰਦਾ ਸੀਗਾ। ਇਹ ਰਾਜਿਆਂ ਨੇ ਤਾਂ ਪਾਰਟਿਸਿਪੇਟ ਹੀ ਨਹੀਂ ਕੀਤਾ, ਇਹਨਾਂ ਨੇ ਕਦੇ ਇਲੈਕਸ਼ਨ ਦੇ ਵਿੱਚ ਪਾਰਟਿਸਿਪੇਟ ਨਹੀਂ ਕੀਤਾ। ਬਟ ਜਿਹੜੇ 296 ਜਿਹੜੇ ਮੈਂਬਰ ਹੁੰਦੇ ਸੀ ਜਿਹੜੇ ਆਪਾਂ 389 ਦੇ ਵਿੱਚ ਚੁਣੇ ਆ, ਇਹਨਾਂ ਦੇ ਵਿੱਚ ਜੁਲਾਈ ਅਗਸਤ ਦੇ ਵਿੱਚ ਹੋਈਆਂ ਸੀ ਵੋਟਾਂ। ਜੁਲਾਈ ਤੇ ਅਗਸਤ ਦੇ ਵਿੱਚ 1946 ਦੇ ਵਿੱਚ ਹੋਈਆਂ ਵੋਟਾਂ, ਠੀਕ ਹੈ ਜੀ। ਇਹ ਵੋਟਾਂ ਦੇ ਵਿੱਚ ਕੀ ਹੋਇਆ ਸੀਗਾ, ਜਿਹੜੇ ਇੰਡੀਅਨ ਨੈਸ਼ਨਲ ਕਾਂਗਰਸ ਹੈ ਇਹਨੂੰ ਮਿਲੀਆਂ 208 ਸੀਟਾਂ, ਠੀਕ ਹੈ ਜੀ, 208 ਸੀਟਾਂ ਤੇ ਮੁਸਲਿਮ ਲੀਗ ਨੂੰ ਇੱਥੇ ਮਿਲੀਆਂ 73 ਸੀਟਾਂ, ਸਿਰਫ 73। ਤੇ ਜਿਹੜੇ ਇਹਦੇ ਵਿੱਚ ਅਦਰ ਜਿੱਤੇ ਸੀ ਉਹ ਮੈਂਬਰ ਹੈਗੇ ਸੀ 15, ਠੀਕ ਹੈ ਜੀ, 15। ਇਹ ਤੁਸੀਂ ਯਾਦ ਰੱਖਣਾ। ਤੇ ਇਹ ਇੰਨੇ ਟੋਟਲ, ਤਾਂ ਇਹ ਸੋਚ ਕੇ ਦੇਖੋ ਕਿ ਹੁਣ 73 ਮੈਂਬਰ 389 ਦੇ ਅਕੋਰਡਿੰਗ ਕਿੰਨੇ ਬਣ ਗਿਆ, ਚੌਥਾ ਹਿੱਸਾ ਬਣ ਗਿਆ। ਤਾਂ ਮੁਸਲਿਮ ਲੋਕਾਂ ਨੂੰ ਇਹ ਲੱਗਿਆ ਕਿ ਸਾਡੇ ਤਾਂ ਪੱਲੇ ਕੁਛ ਰਿਹਾ ਹੀ ਨਹੀਂ, ਤੇ ਉਹਨਾਂ ਨੇ ਇਸ ਕਰਕੇ ਕੀ ਕਰਤਾ, ਰੌਲਾ ਪਾਇਆ। ਤੇ ਰੌਲਾ ਕਰਕੇ ਉਸ ਤੋਂ ਬਾਅਦ ਇਹਨਾਂ ਨੇ ਪਾਕਿਸਤਾਨ ਦੀ ਮੰਗ ਰੱਖ ਲਈ। 2 ਨੇਸ਼ਨ ਥਿਊਰੀ, ਅਲੀ ਜਿੰਨਾ ਅਲੱਗ ਹੋ ਗਿਆ ਉਸਨੇ ਆਪਣਾ ਪਾਕਿਸਤਾਨ ਦੀ ਡਿਮਾਂਡ ਅਲੱਗ ਰੱਖਤੀ। ਕੌਂਸਟੀਟਿਊਸ਼ਨ ਅਸੈਂਬਲੀ, ਅਸੀਂ ਆਪਦਾ ਸੰਵਿਧਾਨ ਵੀ ਅਲੱਗ ਬਣਾਵਾਂਗੇ, ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ। ਤੇ ਬ੍ਰਿਟਿਸ਼ ਨੇ ਕੀ ਕੀਤਾ ਜੀ, ਉਹਨਾਂ ਨੂੰ ਫਿਰ ਅਲੱਗ ਬਣਾ ਦਿੱਤਾ। ਤੇ ਉਸ ਤੋਂ ਬਾਅਦ ਜਿੰਨੀਆਂ ਸੀਟਾਂ ਉਹਨਾਂ ਦੇ ਹੱਕ ਦੀਆਂ ਜਾਂਦੀਆਂ ਸੀ ਪਾਕਿਸਤਾਨ ਤੇ ਬੰਗਲਾਦੇਸ਼ ਦੀਆਂ, ਉਹ ਸੀਟਾਂ ਕੱਢ ਕੇ ਇੱਕ ਵਾਰ ਫਿਰ ਤੋਂ ਦੁਬਾਰਾ ਤੋਂ ਜਿਹੜੀਆਂ ਸੀਟਾਂ ਘੱਟ ਕੀਤੀਆਂ ਗਈਆਂ ਹਿੰਦੁਸਤਾਨ ਦੀਆਂ, ਓਨਲੀ ਹਿੰਦੁਸਤਾਨ ਦੀਆਂ, ਉਹ ਆਪਾਂ ਵੇਖਾਂਗੇ, ਠੀਕ ਹੈ ਜੀ। ਆਈ ਹੋਪ ਕਿ ਤੁਹਾਨੂੰ ਸਮਝ ਆ ਗਿਆ ਹੋਵੇਗਾ। ਤੇ ਇਹਦੇ ਵਿੱਚ ਜ਼ਿਆਦਾ ਪੁੱਛਿਆ ਨਹੀਂ ਗਿਆ, ਇਹ ਚੀਜ਼ ਤਾਂ ਮੈਂ ਤੁਹਾਨੂੰ ਵੈਸੇ ਸਮਝਾਉਣ ਵਾਸਤੇ ਹੈ, ਪਰ ਮੇਨ ਤੁਸੀਂ ਇਹ ਯਾਦ ਰੱਖਣਾ ਵੀ 296 ਤੇ ਆਪਣਾ ਇਲੈਕਸ਼ਨ ਹੋਇਆ ਸੀ, ਇਹ ਇੰਨੀਆਂ ਪ੍ਰਿੰਸਲੀ ਸਟੇਟਾਂ ਸੀਗੀਆਂ। ਇਹਨਾਂ ਸਾਰਿਆਂ ਨੂੰ ਜੋੜ ਕੇ ਦੇਖੋਗੇ ਤਾਂ ਉਹੀ ਆਪਣਾ 399 ਆਊਗਾ, ਜਿਹੜੀਆਂ ਆਪਾਂ ਸ਼ੁਰੂ ਤੋਂ ਉੱਪਰ ਪੜ੍ਹਿਆ ਸੀਗਾ, ਠੀਕ ਹੈ ਜੀ। ਆਈ ਹੋਪ ਕਿ ਤੁਹਾਨੂੰ ਸਮਝ ਆ ਗਿਆ ਹੋਵੇਗਾ। ਹਾਂਜੀ ਸਟੂਡੈਂਟ, ਹੁਣ ਆਪਾਂ ਅੱਗੇ ਵੇਖਦੇ ਹਾਂ ਫਿਰ ਕੀ ਹੋਇਆ ਜੀ। ਜਿਹੜਾ ਬ੍ਰਿਟਿਸ਼ ਦੀਆਂ ਸੀਟਾਂ ਤਾਂ ਅਲੱਗ ਕੱਢਤੀਆਂ ਸੀ, ਮੁਸਲਿਮ ਲੀਗ ਦੀਆਂ ਸੀਟਾਂ ਅਲੱਗ ਕੱਢਤੀਆਂ ਸੀ। ਉਸ ਤੋਂ ਬਾਅਦ 389 ਦੇ ਵਿੱਚੋਂ ਤੁਸੀਂ ਵੇਖੋਗੇ 389 ਦੇ ਵਿੱਚੋਂ ਫਿਰ ਕੀ ਹੋਵੇਗਾ ਵੀ ਜਿਹੜੀਆਂ 79 ਸੀਟਾਂ ਬੰਦੀਆਂ ਸੀਗੀਆਂ ਜਿਹੜੀਆਂ ਬੰਗਲਾਦੇਸ਼ ਤੇ ਪਾਕਿਸਤਾਨ ਨੂੰ ਮਿਲਾ ਕੇ ਇੰਨੀਆਂ ਸੀਟਾਂ ਬੰਦੀਆਂ ਸੀ, ਉਹ ਇਹਨਾਂ ਨੇ ਕੀ ਕਰਤੀਆਂ 389 ਦੇ ਵਿੱਚੋਂ ਮਾਈਨਸ ਕਰ ਦਿੱਤੀਆਂ, ਠੀਕ ਹੈ ਜੀ। ਉਸ ਤੋਂ ਬਾਅਦ ਇਹਨਾਂ ਨੇ ਇਹ ਮਾਈਨਸ ਕਰਨ ਤੋਂ ਬਾਅਦ ਜਿਹੜਾ ਤੁਹਾਡੀਆਂ ਸੀਟਾਂ ਰਹਿ ਗਈਆਂ, ਇਹ ਤੁਹਾਡੀਆਂ ਰਹਿ ਗਈਆਂ 310, ਠੀਕ ਹੈ ਜੀ। ਇਹਦੇ ਵਿੱਚ ਕੁਛ ਹੈਗੀਆਂ ਸੀਗੀਆਂ ਰਾਜੇ ਪ੍ਰਿੰਸਲੀ ਸਟੇਟਾਂ ਵੀ ਹੈਗੀਆਂ ਸੀਗੀਆਂ। ਤਾਂ ਕੁੱਲ ਮਿਲਾ ਕੇ ਕਹਿੰਦੇ ਜੀ ਵੀ ਇਹਦੇ ਵਿੱਚੋਂ ਇਹ ਚਲੋ ਆਪਣੇ ਕੰਮ ਦਾ ਨਹੀਂ ਗਾ, ਆਪਾਂ ਨੂੰ ਇਹਨੂੰ ਯਾਦ ਵੀ ਨਹੀਂ ਰੱਖਣਾ। ਆਪਣੇ ਕੰਮ ਦਾ ਇਹ ਹੈ ਕਿ ਜਿਹੜੀ ਇਹਦੀ ਸੰਵਿਧਾਨ ਜਿਹੜੀ ਸਭਾ ਸੀਗੀ, ਜਦੋਂ ਸਾਰੇ ਲੋਕ ਚੁਣ ਕੇ ਆ ਗਏ, ਇਲੈਕਸ਼ਨ ਹੋ ਗਏ, ਉਸ ਤੋਂ ਬਾਅਦ ਪਹਿਲੀ ਬੈਠਕ ਕਦੋਂ ਹੋਈ ਸੀ, ਕੌਂਸਟੀਟਿਊਸ਼ਨ ਅਸੈਂਬਲੀ ਦੀ, ਸੰਵਿਧਾਨ ਸਭਾ ਦੀ ਪਹਿਲੀ ਬੈਠਕ। ਤਾਂ ਪਹਿਲੀ ਬੈਠਕ ਹੋਈ ਸੀ ਜੀ, ਇਹ ਤੁਸੀਂ ਯਾਦ ਰੱਖਣਾ ਹੈ, ਇਹ ਹੋਈ ਸੀ 9 ਦਸੰਬਰ 1946 ਨੂੰ। ਪਹਿਲੀ ਬੈਠਕ ਹੋਈ ਸੀ 1946 ਨੂੰ 9 ਦਸੰਬਰ ਨੂੰ। ਉਸ ਟਾਈਮ ਦੇ ਵਿੱਚ ਦੇਖੋ ਜੀ ਇੱਕ ਪ੍ਰੈਕਟਿਸ ਹੁੰਦੀ ਆ, ਉਹਨੂੰ ਆਪਾਂ ਕਹਿੰਦੇ ਹਾਂ ਫਰੈਂਚ ਪ੍ਰੈਕਟਿਸ। ਫਰੈਂਚ ਪ੍ਰੈਕਟਿਸ ਦਾ ਮਤਲਬ ਕੀ ਹੁੰਦਾ ਹੈ, ਦਿੱਲੀ ਦੇ ਸੈਂਟਰਲ ਹਾਲ ਦੇ ਵਿੱਚ ਸਾਰੇ ਇਕੱਠੇ ਹੋਏ ਸੀ, ਦਿੱਲੀ ਦੇ ਸੈਂਟਰਲ ਹਾਲ ਦੇ ਵਿੱਚ, ਠੀਕ ਹੈ ਜੀ, ਜਿੱਥੇ ਲਾਇਬ੍ਰੇਰੀ ਹੈ ਉੱਥੇ ਸਾਰੇ ਇਕੱਠੇ ਹੋਏ ਸੀ, ਜਿੱਥੇ ਪਾਰਲੀਮੈਂਟ, ਤੇ ਸਾਰੇ ਪਰਸਨ ਖੜੇ ਹੋ ਗਏ, ਜਿੱਥੇ
207 ਪਰਸਨ ਆਏ ਸੀ ਪਹਿਲੀ ਮੀਟਿੰਗ ਦੇ ਵਿੱਚ। ਠੀਕ ਹੈ ਜੀ, ਉਸ ਮੀਟਿੰਗ ਦੇ ਵਿੱਚ ਵੀ ਸੰਵਿਧਾਨ ਬਣਾਉਣ ਦੀ ਜਿਹੜੀ ਪ੍ਰਕਿਰਿਆ ਆਪਾਂ ਸਟਾਰਟ ਕਰਨੀ ਹੈ ਤਾਂ ਉਹਨਾਂ ਵਜੋਂ 207 ਪਰਸਨ ਆਏ ਸੀਗੇ। ਤਾਂ ਹੁਣ ਪਹਿਲੇ ਵਿੱਚ ਸਭ ਤੋਂ ਪਹਿਲਾਂ ਫਰੈਂਚ ਪ੍ਰੈਕਟਿਸ ਦੇ ਅਕੋਰਡਿੰਗ ਮਤਲਬ ਜਿਹੜਾ ਪਰਸਨ ਜਿਵੇਂ ਆਪਾਂ ਕੋਈ ਪੰਚਾਇਤ ਕਰ ਰਹੇ ਹਾਂ ਉਸ ਦੇ ਵਿੱਚ ਆਪਾਂ ਕੀ ਕਰਦੇ ਹਾਂ, ਕਿਸੇ ਬਜ਼ੁਰਗ ਨੂੰ ਕਹਿ ਦਿੰਦੇ ਵੀ ਸਰ ਜੀ ਪੰਚਾਇਤ ਦੀ ਗੱਲ ਸਟਾਰਟ ਕਰੋ। ਇਸੇ ਤਰ੍ਹਾਂ ਆਪਾਂ ਸਭ ਤੋਂ ਪਹਿਲਾਂ ਕੀ ਕੀਤਾ ਜੀ, ਇੱਕ ਟੈਂਪਰੇਰੀ ਪ੍ਰੈਜ਼ੀਡੈਂਟ ਚੁਣਿਆ। ਉਹ ਜਿਹੜੇ ਟੈਂਪਰੇਰੀ ਪ੍ਰੈਜ਼ੀਡੈਂਟ ਚੁਣੇ ਗਏ ਸੀ ਉਹ ਕੌਣ ਸੀ, ਸਭ ਤੋਂ ਵਿਰਧ ਪਰਸਨ ਸੀਗੇ, ਉਹਨਾਂ ਦਾ ਨਾਮ ਸੀਗਾ ਡਾਕਟਰ ਸਚਿਵਾਨੰਦ ਸਿਨਹਾ। ਉਹ ਕਿਉਂਕਿ ਸਭ ਤੋਂ ਜ਼ਿਆਦਾ ਬਜ਼ੁਰਗ ਸੀਗੇ, ਡਾਕਟਰ ਸਚਿਵਾਨੰਦ ਸਿਨਹਾ ਇਹ ਪਹਿਲੇ ਬਜ਼ੁਰਗ ਪਰਸਨ ਸੀਗੇ ਜਿਨ੍ਹਾਂ ਨੂੰ ਐਜ਼ ਏ ਆਪਾਂ ਉਸ ਕੌਂਸਟੀਟਿਊਸ਼ਨ ਅਸੈਂਬਲੀ ਦਾ ਟੈਂਪਰੇਰੀ ਪ੍ਰੈਜ਼ੀਡੈਂਟ ਚੁਣਿਆ ਸੀਗਾ ਉਸ ਕੌਂਸਟੀਟਿਊਸ਼ਨ ਅਸੈਂਬਲੀ ਦਾ ਉਸ ਦਿਨ। ਠੀਕ ਹੈ ਜੀ, ਕੌਂਸਟੀਟਿਊਸ਼ਨ ਅਸੈਂਬਲੀ ਦਾ। ਤਾਂ ਇਹ ਪਹਿਲੇ ਸਾਡੇ ਟੈਂਪਰੇਰੀ ਪ੍ਰੈਜ਼ੀਡੈਂਟ ਬਣੇ ਸੀ, ਇਹ ਤੁਸੀਂ ਯਾਦ ਰੱਖਣਾ ਹੈ। ਉਸ ਤੋਂ ਬਾਅਦ ਇਹ ਦਿਨ ਸੀਗਾ 9 ਦਸੰਬਰ, ਜਦੋਂ ਆਪਾਂ ਪਹਿਲਾ ਪ੍ਰੈਜ਼ੀਡੈਂਟ ਚੁਣ ਲਿਆ ਵੀ ਆਪਾਂ ਸੰਵਿਧਾਨ ਬਣਾਉਣ ਦੀ ਗੱਲ ਸਟਾਰਟ ਕਰਦੇ ਪਏ ਹਾਂ। ਤਾਂ ਪਹਿਲਾਂ ਆਪਣੇ ਕੋਲ ਕੀ ਹੋਣਾ ਚਾਹੀਦਾ, ਪ੍ਰੈਜ਼ੀਡੈਂਟ ਹੋਣਾ ਚਾਹੀਦਾ ਵੀ ਜਿਹੜਾ ਕੀ ਕਰੇਗਾ, ਮੰਨ ਲਓ ਸਾਈਨ ਕਰੇਗਾ। ਉਸ ਤੋਂ ਬਾਅਦ ਜਿਹੜੀ ਦਿੱਲੀ ਦੀ ਆਪਣੀ ਜਿਹੜੀ ਮੀਟਿੰਗ ਹੈ ਉਹ ਔਰਗੇਨਾਈਜ਼ ਕਰਵਾਵੇਗਾ। ਠੀਕ ਹੈ ਜੀ, ਉਸ ਤੋਂ ਬਾਅਦ ਕੀ ਹੋਇਆ, ਉਸ ਤੋਂ ਬਾਅਦ ਫਿਰ ਅਗਲੇ 2 ਦਿਨਾਂ ਬਾਅਦ 11 ਦਸੰਬਰ ਨੂੰ ਫਿਰ ਮੀਟਿੰਗ ਹੁੰਦੀ ਹੈ। 11 ਦਸੰਬਰ 1946 ਨੂੰ ਫਿਰ ਦੁਬਾਰਾ ਮੀਟਿੰਗ ਹੋਵੇਗੀ। ਇਸ ਮੀਟਿੰਗ ਦੇ ਵਿੱਚ ਆਪਾਂ ਜਿਹੜਾ ਟੈਂਪਰੇਰੀ ਪ੍ਰੈਜ਼ੀਡੈਂਟ ਸੀਗਾ ਉਹਨੂੰ ਕੀ ਕਰਤਾ, ਪਰਮਾਨੈਂਟ ਪ੍ਰੈਜ਼ੀਡੈਂਟ ਚੁਣ ਲਿਆ। ਪਰਮਾਨੈਂਟ ਪ੍ਰੈਜ਼ੀਡੈਂਟ ਆਪਾਂ ਕਿਹਨਾਂ ਨੂੰ ਚੁਣਿਆ ਜੀ, ਡਾਕਟਰ ਰਜਿੰਦਰ ਪ੍ਰਸਾਦ ਜੀ ਨੂੰ ਆਪਾਂ ਕੀ ਚੁਣ ਲਿਆ ਜੀ, ਪਰਮਾਨੈਂਟ ਪ੍ਰੈਜ਼ੀਡੈਂਟ ਚੁਣ ਲਿਆ। ਅੱਗੇ ਚੱਲ ਕੇ ਇਹੀ ਦੇਸ਼ ਦੇ ਪਹਿਲੇ ਸਾਡੇ ਕੀ ਬਣੇ ਸੀ, ਪਹਿਲੇ ਪ੍ਰੈਜ਼ੀਡੈਂਟ ਵੀ ਬਣੇ ਸੀ, ਇਹੀ ਦੇਸ਼ ਦੇ ਸਾਡੇ ਪਹਿਲੇ ਬਣੇ ਸੀ ਪ੍ਰੈਜ਼ੀਡੈਂਟ। ਠੀਕ ਹੈ ਜੀ, ਉਸ ਤੋਂ ਬਾਅਦ ਜਦੋਂ 13 ਤਰੀਕ ਨਿਕਲੀ, ਉਸ ਤੋਂ ਬਾਅਦ 11 ਦਸੰਬਰ ਤੋਂ ਬਾਅਦ ਫਿਰ ਮੀਟਿੰਗ ਹੋਈ 13 ਦਸੰਬਰ ਨੂੰ। 13 ਦਸੰਬਰ ਦੇ ਵਿੱਚ ਜਦੋਂ ਹੁਣ ਪ੍ਰੈਜ਼ੀਡੈਂਟ ਚੁਣਿਆ ਤਾਂ ਉਸ ਤੋਂ ਬਾਅਦ ਪੰਡਿਤ ਜਵਾਹਰ ਲਾਲ ਨਹਿਰੂ ਜਿਹੜੇ ਸੀਗੇ, ਇਸ ਪੰਡਿਤ ਜਵਾਹਰ ਲਾਲ ਨਹਿਰੂ ਨੇ ਇੱਕ ਓਬਜੈਕਟਿਵ ਰੈਜ਼ੋਲੂਸ਼ਨ ਮੈਂ ਤੁਹਾਨੂੰ ਦੱਸਦਾ ਜੀ, ਇਹਦਾ ਨਾਮ ਪੇਪਰ ਦੇ ਵਿੱਚ ਆਇਆ ਹੋਇਆ ਹੈ, ਕੁਐਸਚਨ ਬਹੁਤ ਇੰਪੋਰਟੈਂਟ ਹੈ। ਓਬਜੈਕਟਿਵ ਰੈਜ਼ੋਲੂਸ਼ਨ ਨਾਮ ਦਾ ਇੱਕ ਕੀ ਕੀਤਾ ਜੀ, ਪ੍ਰਸਤਾਵ ਰੱਖਿਆ। ਪ੍ਰਸਤਾਵ ਦਾ ਮਤਲਬ ਹੁੰਦਾ ਹੈ ਮੋਸ਼ਨ। ਪ੍ਰਸਤਾਵ ਰੱਖਿਆ ਜਿਹਦਾ ਅੱਗੇ ਚੱਲ ਕੇ ਇਸ ਨੂੰ ਹੀ ਆਪਾਂ ਅੱਜ ਕੀ ਕਹਿੰਦੇ ਹਾਂ ਕਿਤਾਬਾਂ ਦੇ ਵਿੱਚ ਪ੍ਰੀਐਂਬਲ, ਤਾਂ ਕਿ ਲੋਕ ਜਿਹੜੇ ਇਕੱਠੇ ਹੋਏ ਨੇ ਸੰਵਿਧਾਨ ਬਣਾਉਣ ਵਾਸਤੇ ਉਹਨਾਂ ਨੂੰ ਆਪਾਂ ਗਾਈਡਲਾਈਨ ਤਾਂ ਦਈਏ ਨਾ ਵੀ ਆਪਾਂ ਕਰਨਾ ਕੀ ਹੈ, ਇਹ ਸੰਵਿਧਾਨ ਬਣਾਉਣਾ ਕੀ ਹੈ, ਇਹਦੇ ਵਿੱਚ ਕੀ ਆਪਾਂ ਚੀਜ਼ਾਂ ਨੋਟ ਕਰਨੀਆਂ ਨੇ, ਉਹਨਾਂ ਨੂੰ ਦੱਸੀਏ ਤਾਂ ਸਹੀ ਵੀ ਆਪਾਂ ਸੰਵਿਧਾਨ ਜਿਹੜਾ ਬਣਾਉਣ ਜਾ ਰਹੇ ਹਾਂ ਉਹਨੂੰ ਤੁਸੀਂ ਆਹ ਹੱਦਾਂ ਦੇ ਵਿੱਚ ਰਹਿਣਾ, ਇਹ ਚੀਜ਼ਾਂ ਤੁਸੀਂ ਲੈ ਕੇ ਆਉਣੀਆਂ ਨੇ, ਇਹਦੇ ਉੱਪਰ ਆਪਾਂ ਬਹਿਸ ਕਰਨੀ ਹੈ। ਇਹ ਸਾਰੀਆਂ ਗੱਲਾਂ ਐਜ਼ ਇੱਕ ਬਰੀਫ ਪੁਆਇੰਟ ਦੇ ਵਿੱਚ ਇੰਟਰੋਡਕਸ਼ਨ ਦੇ ਵਿੱਚ ਦੱਸਿਆ ਗਿਆ। ਕਿਹਨੇ ਦੱਸਿਆ ਜੀ, ਪੰਡਿਤ ਜਵਾਹਰ ਲਾਲ ਨਹਿਰੂ ਨੇ। ਕਿਸ ਨਾਮ ਤੋਂ, ਓਬਜੈਕਟਿਵ ਰੈਜ਼ੋਲੂਸ਼ਨ ਦੇ ਨਾਮ ਤੋਂ। ਠੀਕ ਹੈ ਜੀ, ਜਿਹਨੂੰ ਆਪਾਂ ਕਹਿੰਦੇ ਹਾਂ ਜਿਹੜਾ ਪ੍ਰਸਤਾਵ। ਠੀਕ ਹੈ ਜੀ, ਉਹ ਆਇਆ ਸੀਗਾ ਕਦੋਂ, 13 ਦਸੰਬਰ ਨੂੰ। ਇਹੀ ਅੱਗੇ ਚੱਲ ਕੇ ਸਾਡਾ ਬਣ ਗਿਆ ਪ੍ਰੀਐਂਬਲ। ਠੀਕ ਹੈ ਜੀ, ਉਹਦੇ ਵਿੱਚ ਗਾਈਡਲਾਈਨ ਦਿੱਤੀਆਂ ਗਈਆਂ ਸੀ ਵੀ ਸਾਡਾ ਜਿਹੜਾ ਸੰਵਿਧਾਨ ਕਿੱਦਾਂ ਦਾ ਹੋਵੇਗਾ, ਇੱਥੇ ਕਿੰਨੇ ਫੰਡਾਮੈਂਟਲ ਰਾਈਟ ਮਿਲਣਗੇ, ਸੋ ਸੈਂਟਰ ਕਿਵੇਂ ਕੰਮ ਕਰਿਆ ਕਰੂਗੀ, ਸਟੇਟ ਕਿਵੇਂ ਕੰਮ ਕਰੇਗੀ, ਇਹ ਸਾਰੀਆਂ ਚੀਜ਼ਾਂ ਜੀ ਉਸ ਓਬਜੈਕਟਿਵ ਦੇ ਵਿੱਚ ਦੱਸਿਆ ਗਿਆ ਸੀਗਾ ਵੀ ਲੋਕਾਂ ਨੂੰ ਇੱਥੇ ਕਿੱਦਾਂ ਦੇ ਰਾਈਟ ਮਿਲਣਗੇ। ਇਹ ਸਾਰੀਆਂ ਗੱਲਾਂ ਸੀਗੀਆਂ ਜੀ 13 ਦਸੰਬਰ ਵਾਲੀ ਮੀਟਿੰਗ ਦੇ ਵਿੱਚ। ਠੀਕ ਹੈ ਜੀ, ਫਿਰ ਠੀਕ ਹੈ ਜੀ, ਉਸ ਤੋਂ ਬਾਅਦ ਬੜਾ ਇੰਪੋਰਟੈਂਟ ਇੱਕ ਕੁਐਸਚਨ ਆ ਜਾਂਦਾ। ਹੁਣ ਜਦੋਂ ਸੰਵਿਧਾਨ ਬਣਨਾ ਸਟਾਰਟ ਹੀ ਹੋ ਗਿਆ ਤਾਂ ਫਿਰ ਸਭ ਤੋਂ ਪਹਿਲਾਂ ਸਾਨੂੰ ਚਾਹੀਦਾ ਸੀ ਸੰਵਿਧਾਨ ਬਣਾਉਣ ਵਾਸਤੇ ਇਹਦਾ ਐਡਵਾਈਜ਼ਰ ਚਾਹੀਦਾ ਸੀ। ਤਾਂ BN ਰॉय ਨਾਮ ਦੇ ਬਹੁਤ ਹੀ ਸੀਨੀਅਰ ਐਡਵੋਕੇਟ ਸੀਗੇ ਜਿਨ੍ਹਾਂ ਨੂੰ ਕੀ ਬਣਾਇਆ ਗਿਆ, ਕੌਂਸਟੀਟਿਊਸ਼ਨਲ ਐਡਵਾਈਜ਼ਰ। ਬੜੀ ਵੈਰੀ ਇੰਪੋਰਟੈਂਟ ਕੁਐਸਚਨ ਹੈ, ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ। ਕੌਂਸਟੀਟਿਊਸ਼ਨਲ ਐਡਵਾਈਜ਼ਰ ਵੀ ਕੋਈ ਵੀ ਕੌਂਸਟੀਟਿਊਸ਼ਨ ਅਸੀਂ ਲਿਖਣ ਜਾ ਰਹੇ ਹਾਂ, ਕੋਈ ਵੀ ਗੱਲ 'ਤੇ ਬਹਿਸ ਕਰਦੇ ਪਏ ਹਾਂ, ਕਿਉਂਕਿ ਇਹ ਇੰਟਰਨੈਸ਼ਨਲ ਲਾਅ 'ਤੇ ਡਿਗਰੀ ਕੀਤੀ ਸੀ ਤਾਂ ਸੋ ਇਹਨਾਂ ਨੂੰ ਐਜ਼ ਏ ਕੌਂਸਟੀਟਿਊਸ਼ਨਲ ਐਡਵਾਈਜ਼ਰ ਬਣਾਇਆ ਗਿਆ BN ਰॉय। ਇਹ ਤੁਸੀਂ ਯਾਦ ਰੱਖਣਾ ਹੈ, ਸੰਵਿਧਾਨ ਸਭਾ ਦਾ ਕੌਂਸਟੀਟਿਊਸ਼ਨਲ ਅਸੈਂਬਲੀ ਦਾ ਕੀ ਬਣਾਇਆ ਗਿਆ, BN ਰॉय ਨੂੰ ਕੌਂਸਟੀਟਿਊਸ਼ਨਲ ਐਡਵਾਈਜ਼ ਕਰੇਗਾ। ਹਰ ਕੌਂਸਟੀਟਿਊਸ਼ਨ ਦੀ ਗੱਲ ਦੇ ਉੱਪਰ ਐਡਵਾਈਜ਼ ਕਿੰਨੇ ਕਰਨੀ ਹੁੰਦੀ ਸੀ, BN ਰॉय ਨੇ। ਆਈ ਹੋਪ ਕਿ ਤੁਹਾਨੂੰ ਹੁਣ ਤੱਕ ਦਾ ਸਮਝ ਆ ਗਿਆ ਹੋਵੇਗਾ। ਉਸ ਤੋਂ ਬਾਅਦ ਕਈ ਵਾਰੀ ਨਾ ਹੁਣ ਕੁਐਸਚਨ ਆ ਜਾਂਦਾ ਹੈ ਕਿ ਜਿਵੇਂ ਆਪਾਂ ਪਰਮਾਨੈਂਟ ਪ੍ਰੈਜ਼ੀਡੈਂਟ ਕਿਹਨੂੰ ਚੁਣਿਆ ਸੀਗਾ, ਪਰਮਾਨੈਂਟ ਪ੍ਰੈਜ਼ੀਡੈਂਟ ਆਪਾਂ ਚੁਣਿਆ ਸੀ ਡਾਕਟਰ ਰਜਿੰਦਰ ਪ੍ਰਸਾਦ ਜੀ ਨੂੰ। ਤੇ ਇਸੇ ਤਰ੍ਹਾਂ ਹੀ ਆਪਾਂ 2 ਜਿਹੜੇ ਨੇ ਵਾਈਸ ਪ੍ਰੈਜ਼ੀਡੈਂਟ ਵੀ ਚੁਣੇ ਸੀ। 2 ਵਾਈਸ ਪ੍ਰੈਜ਼ੀਡੈਂਟ ਕੌਂਸਟੀਟਿਊਸ਼ਨ ਅਸੈਂਬਲੀ ਦੇ ਚੁਣੇ ਸੀਗੇ, ਸੰਵਿਧਾਨ ਸਭਾ ਦੇ। ਤਾਂ ਉਹ ਦੋਨਾਂ ਦੇ ਨਾਮ ਨਾ ਪੇਪਰਾਂ ਦੇ ਵਿੱਚ ਪੁੱਛੇ ਗਏ ਨੇ, ਉਹ ਤੁਸੀਂ ਲਿਖ ਲਓ। ਇੱਕ ਦਾ ਨਾਮ ਸੀਗਾ HC ਮੁਖਰਜੀ। ਠੀਕ ਹੈ ਜੀ, ਇਹ ਪੇਪਰ ਦੇ ਵਿੱਚ ਪੁੱਛਿਆ ਗਿਆ ਸੀਗਾ। ਤੇ ਇੱਕ ਸੀਗੇ ਜੀ TT ਕ੍ਰਿਸ਼ਨਾਮਾਚਾਰੀ। ਠੀਕ ਹੈ ਜੀ, ਇਹ ਪਰਸਨ ਦੇ ਨਾਮ, ਇਹ ਸਾਡੇ ਸੀਗੇ ਦੋਨੇ ਵਾਈਸ ਪ੍ਰੈਜ਼ੀਡੈਂਟ ਕੌਂਸਟੀਟਿਊਸ਼ਨ ਅਸੈਂਬਲੀ ਦੇ। ਤੇ ਮੈਂ ਤੁਹਾਨੂੰ ਉਹ ਵੀ ਦੱਸ ਚੁੱਕਿਆ। ਅੱਛਾ, ਜਿਹੜਾ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਪੰਡਿਤ ਜਵਾਹਰ ਲਾਲ ਨਹਿਰੂ ਨੇ 13 ਦਸੰਬਰ 1946 ਦੇ ਵਿੱਚ
ਜਿਹੜਾ ਪ੍ਰੀਐਂਬਲ ਪ੍ਰਸਤਾਵ ਲੈ ਕੇ ਆਏ ਸੀ, ਜਿਹਨੂੰ ਆਪਾਂ ਕਹਿੰਦੇ ਸੀ ਉਦੇਸ਼ਿਕਾ ਪ੍ਰਸਤਾਵ, ਠੀਕ ਹੈ ਜੀ, ਓਬਜੈਕਟਿਵ ਰੈਜ਼ੋਲੂਸ਼ਨ। ਇਸ ਓਬਜੈਕਟਿਵ ਰੈਜ਼ੋਲੂਸ਼ਨ ਨੂੰ ਆਪਾਂ ਅਸੈਪਟ ਕਦੋਂ ਕੀਤਾ? ਕੌਂਸਟੀਟਿਊਸ਼ਨਲ ਅਸੈਂਬਲੀ ਨੇ ਵੋਟਾਂ ਪਾ ਕੇ ਇਹਨੂੰ ਅਸੈਪਟ ਕਦੋਂ ਕੀਤਾ? ਇਹ ਦਿਨ ਯਾਦ ਰੱਖ ਲਓ, 22 ਜਨਵਰੀ 1947 ਦੇ ਵਿੱਚ ਇਹ ਜਿਹੜਾ ਆਪਾਂ ਅਸੈਪਟ ਕਰ ਲਿਆ ਸੀ, ਅਡੋਪਟ ਕਰ ਲਿਆ ਸੀ, ਸਵੀਕਾਰ ਕਰ ਲਿਆ ਸੀ ਵੀ ਅੱਜ ਇਹ ਸਾਡਾ ਸੰਵਿਧਾਨ ਇਸ ਬੇਸ 'ਤੇ ਹੋਵੇਗਾ, ਠੀਕ ਹੈ ਜੀ। ਇਹ ਪ੍ਰੀਐਂਬਲ ਹੋਵੇਗਾ ਸਾਡੇ ਦੇਸ਼ ਦਾ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ ਜਿਹੜਾ ਮੈਂ ਤੁਹਾਨੂੰ ਦੱਸਿਆ ਉਦੇਸ਼ਿਕਾ ਪ੍ਰਸਤਾਵ, ਜਿਹੜਾ ਅੱਗੇ ਚੱਲ ਕੇ ਕੀ ਬਣਿਆ ਸੀਗਾ, ਪ੍ਰੀਐਂਬਲ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਹੁਣ ਨੈਕਸਟ ਲੈਕਚਰ ਦੇ ਵਿੱਚ ਇਸ ਤੋਂ ਜਿਹੜੇ ਪੁਆਇੰਟ ਮਿਲਦੇ ਹੋਏ ਵੀ ਕਿੰਨਾ ਟਾਈਮ ਲੱਗਿਆ ਸੀ, ਕਿਹੜੀ ਕਮੇਟੀਆਂ ਬਣੀਆਂ ਸੀ। ਕਿਉਂਕਿ ਕਲਾਸ ਜਿੰਨੀ ਵੱਡੀ ਹੋ ਜਾਂਦੀ ਫਿਰ ਉਹਨਾਂ ਥੋੜ੍ਹਾ ਜਿਹਾ ਬੱਚਿਆਂ ਨੂੰ ਵੇਖਣਾ ਟਫ ਹੋ ਜਾਂਦਾ, ਤਾਂ ਕਰਕੇ ਮੈਂ ਨੈਕਸਟ ਪਾਰਟ ਦੇ ਵਿੱਚ ਇਹਦਾ ਜਿਹੜਾ ਹੋਰ ਜਿਹੜਾ ਮੇਕਿੰਗ ਆਫ ਕੌਂਸਟੀਟਿਊਸ਼ਨ ਦਾ ਪਾਰਟ 2 ਮੈਂ ਇੱਥੇ ਬਣਾਉਂਗਾ, ਠੀਕ ਹੈ ਜੀ। ਅਤੇ ਥਰਡ ਵੀਡੀਓ ਦੇ ਵਿੱਚ ਤੁਹਾਡਾ ਜਿਹੜਾ ਸੈਕਿੰਡ ਚੈਪਟਰ ਹੈ ਮੇਕਿੰਗ ਆਫ ਕੌਂਸਟੀਟਿਊਸ਼ਨ, ਇਹ ਕੰਪਲੀਟ ਹੋ ਜਾਊਗਾ। ਤੋ ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਹੁਣ ਤੱਕ ਦੀ ਕਲਾਸ ਵਧੀਆ ਲੱਗੀ ਹੋਵੇਗੀ। ਬੜੀਆਂ ਇੰਪੋਰਟੈਂਟ ਤਰੀਕਾਂ ਮੈਂ ਸਾਰੀਆਂ ਦੱਸੀਆਂ ਨੇ, ਇੱਕ ਤੁਹਾਨੂੰ ਪ੍ਰੋਪਰ ਫਲੋ ਦੇ ਵਿੱਚ ਸਾਰਾ ਮੈਂ ਸਮਝਾਇਆ। ਤਾਂ ਇਹਦੇ ਵਿੱਚ ਬੇਸਿਕ ਜਿਹੜੇ ਕੁਐਸਚਨ ਤੁਹਾਡੇ ਆਉਣਗੇ, ਫਿਰ ਮੈਂ ਇਹਦੇ ਬਾਰੇ ਜਿਹੜੇ ਤੁਹਾਨੂੰ ਹੈ ਕੋਸ਼ਿਸ਼ ਕਰੂੰਗਾ ਵੀ ਜਿਹੜੇ MCQ ਵੀ ਲਗਵਾ ਦੇਵਾਂ ਇਸ ਦੇ, ਠੀਕ ਹੈ ਜੀ। ਅਤੇ ਉਹ ਆਪਾਂ ਬਾਅਦ ਦੇ ਵਿੱਚ ਲਗਾ ਲਾਂਗੇ। ਪਹਿਲਾਂ ਆਪਾਂ ਥਿਊਰੀ ਸਮਝ ਲਈਏ ਤਾਂ ਕਿ ਤੁਹਾਡੇ ਜਿਹੜੇ ਥਿਊਰੀ ਸਮਝੀ ਹੋਊਗੀ ਤਾਂ ਤੁਸੀਂ ਕੁਐਸਚਨ ਬੜੇ ਈਜ਼ੀਲੀ ਨਾਲ ਕਰ ਲਓਗੇ, ਠੀਕ ਹੈ ਜੀ। ਮਿਲਦੇ ਹਾਂ ਨੈਕਸਟ ਲੈਕਚਰ ਦੇ ਵਿੱਚ, ਤਦ ਤੱਕ ਲਈ ਧੰਨਵਾਦ।